ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਵਾਲੀ ਪ੍ਰੇਮ ਦਾ ਰੂਪ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਗੋਦ ਵਿੱਚ बड़े ही प्यार सहित जुड़ बैठ करके सतगुरां दे पावन चरनां दा आप जी निग मान रहे हो। वडभाग समा मिले है उस खुदा दी इबादत करन दा। हर रोज दी तरह अज भी आप सारे सतसंग के रूप में इकत्र होए हाँ। कल शाम के दीवाना दे विच सतगुरां दे पावन वैरागमई प्रसंगां नूं आप जी ने सरवण कीता। कोतवाल दे नाल मिल करके किले वाले सूबे ने जिस बाग विच सतगुर जी बैठे ने उथों 400 सिपाहियां दे नाल घेरा पा के बड़े अदब दे नाल बेनती कीती है, सतगुर जी ये हुक्म है औरंगजेब बादशाह दा, तुहानू हिरासत विच लिया जांदा है। किरपा करके मान अते सन्मान सहित आप जी साडे नाल किले दे विच चलो। पंजे सिख हैरान सतगुरां दी तरफ वेख रहे। गुरु तेग बहादुर साहब जियां ने कोई रोसा जाहर नहीं कीता, कोई जवाब नहीं दिता। झटपट सतगुर जी घोड़े ते सवार होए पंजे सिखां नूं नाल लैके फौज दे घेरे दे विच आगरे दे लाल किले विच सतगुर जी आन पहुंचे ने। हुण इत्थे सतगुरां दा पलंगा पहला विहड़े विच लाया गया, फिर सतगुरां दे वास्ते सोहणे महल विच उतारा दिता गया। है हिरासत पर आम कैदियां दे वांग नहीं। इत्थों तक आप संगतां ने धन गुरु तेग बहादुर साहब जी दा सारा इतिहास सुनिया पिछे तो लेके गुरता गद्दी ते किवें बैठे, किवें किवें सतगुर जी आनंदपुर साहब बसाउंदे ने, फिर किवें सतगुर जी पटने दी धरती ते गए, मुड़ फिर चले ने आखिरी सफर ते। आओ ये जिन्ने भी प्रसंग आप जी सरवण कर रहे हो गुरु तेग बहादुर साहब जियां दे जीवन दी अंतिम कथा है। किवें किवें सतगुर जी कुर्बानी देणगे। हुण आगरे दी धरती ते सतगुरां ने सब तो वड्डा कारज कीता है अपनी गिरफ्तारी दे के। हुण वेखदे हां समय दी हुकूमत की सतगुरां दे नाल हीले वसीले वरतदी है। आओ कुछ क समां सुरतियां बिरतियां सतगुरां दे उस समय च लैके चलीए जिस समय दे विच दुखां दे पहाड़ मेरे सतगुरां ते टुटे पर वो चढ़दी कला च ने। करो रसना पवित्र गज वज के प्रेम सहित आखो जी सतनाम सिरे गुरु साहिब जी, सतनाम सिरे गुरु साहिब जी। दोहरा तेग बहादुर सतगुरु दुर्ग थिरे इस रीत, तुरक हरख उर मह अधिक जान दीन की जीत। तेग तलवार ते किरपान दे धनी सतगुरु गुरु तेग बहादुर साहब महाराज 400 सिपाहियां दे विचकार उन्हां दे परछावे हेठां जदों आगरे दे किले विच आन प्रवेश होए
ਹੁਣ ਇੱਥੋਂ ਦਾ ਕਿਲੇਦਾਰ ਤੇ ਇਲਾਕੇ ਦਾ ਕੋਤਵਾਲ ਬੜਾ ਖੁਸ਼ ਹੈ, ਕਿਉਂਕਿ ਉਹਨਾਂ ਨੂੰ ਆਉਣ ਵਾਲਾ ਸਮਾਂ ਆਪਣੇ ਲਈ ਚੰਗਾ ਲੱਗ ਰਿਹਾ ਹੈ। ਲਾਲਚੀ ਬੰਦਾ ਜਦ ਵੀ ਕੋਈ ਸਵਾਰਥ ਦਾ ਕੰਮ ਕਰਦਾ ਹੈ, ਉਹ ਆਪਣਾ ਭਵਿੱਖ ਸੁਨਹਿਰਾ ਜਾਪਦਾ ਏ। ਜੋ ਪਈ ਹੋਨਹਾਰ ਮੂਰਖ ਨਹਿ ਜਾਣਹਿ, ਆਪਣੀ ਜਰਾ ਲੱਗੀ ਕੋਹਨ ਹੈ। ਇਹ ਇੱਕ ਹੋਣੀ ਸੀ ਜਿਹਨੂੰ ਕੋਈ ਟਾਲ ਨਹੀਂ ਸਕਦਾ। ਸਤਿਗੁਰ ਜੀ ਬਾਣੀ ਵਿੱਚ ਫਰਮਾਉਂਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਚਿੰਤਾ ਤਾ ਕੀ ਕੀਜੀਐ। ਚਿੰਤਾ ਉਸ ਚੀਜ਼ ਦੀ ਕੀਤੀ ਜਾ ਸਕਦੀ ਹੈ ਜੋ ਅਣਹੋਣੀ ਹੋਏ। ਜਿਹੜਾ ਕਾਰਜ, ਜਿਹੜਾ ਕੰਮ ਨਾ ਹੋਣ ਵਾਲਾ ਹੁੰਦਾ ਹੋਵੇ ਤੇ ਹੋ ਗਿਆ ਹੋਵੇ। ਹੁਣ ਮੌਤ ਅਟਲ ਸਚਾਈ ਹੈ, ਇਹਨੂੰ ਕੋਈ ਬ੍ਰਹਮ ਗਿਆਨੀ, ਕੋਈ ਸਾਧੂ, ਕੋਈ ਗੁਰੂ ਪੀਰ ਟਾਲ ਨਹੀਂ ਸਕਦਾ। ਇੱਕ ਨਾ ਇੱਕ ਦਿਨ ਇਹਦੀ ਗ੍ਰਿਫਤ ਵਿੱਚ ਸਰੀਰ ਨੇ ਜ਼ਰੂਰ ਆਉਣਾ ਹੈ, ਕਿਉਂਕਿ ਆਤਮਾ ਦਾ ਮੌਤ ਵਾਲਾ ਕਾਰਜ ਕਦੇ ਨਹੀਂ ਹੁੰਦਾ। ਆਤਮਾ ਸਦਾ ਅਮਰ ਹੈ, ਮਰਦਾ ਸਿਰਫ ਸਰੀਰ। ਮਨੁੱਖਾਂ ਦੇ, ਸਾਧੂਆਂ ਦੇ, ਦੇਵਤਿਆਂ ਦੇ ਸਰੀਰ ਆਉਂਦੇ ਨੇ, ਮਰ ਜਾਂਦੇ ਨੇ। ਮਰਦ ਕਹਿੰਦੇ ਚਿੰਤਾ ਤਾਕੀ ਕੀਜੀਐ, ਜੋ ਅਣਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ। ਦੁਨੀਆ ਦਾ ਇੱਕੋ ਹੀ ਰਸਤਾ ਹੈ, ਜਿਸ ਰਸਤੇ ਤੋਂ ਜੱਗ ਨੂੰ ਛੱਡ ਕੇ ਜਾਈਦਾ, ਉਹ ਦਰਵਾਜ਼ਾ ਹੈ ਮੌਤ, ਜੋ ਸਾਰਿਆਂ ਦੇ ਉੱਤੇ ਆਉਂਦੀ ਹੈ। ਅੱਜ ਇਹ ਮੂਰਖ ਨਹੀਂ ਜਾਣਦੇ ਅਸੀਂ ਹੋਣੀ ਦੇ ਵਾਸਾਂ। ਜਿਹੜਾ ਕੰਮ ਕੀਤਾ ਹੈ ਉਹ ਟਾਲਿਆ ਵੀ ਨਹੀਂ ਜਾ ਸਕਦਾ ਸੀ, ਪਰ ਮੂਰਖਾਂ ਨੇ ਹਉਮੈ ਤੇ ਲਾਲਚ ਵਿੱਚ ਕੀਤਾ। ਮਰਦ ਕਹਿੰਦੇ ਆਪਣੇ ਪੈਰ ਕੁਹਾੜਾ ਇਹਨਾਂ ਨੇ ਮਾਰਿਆ, ਦੂਜੇ ਦਾ ਭਲਾ ਕੀ ਸੋਚਣਾ ਸੀ। ਸੰਗ ਦੁਰਗ ਪਤ ਕੇ ਕੁਤਵਾਲ, ਮਿਲ ਮਸਲਤ ਕੀਨਸ ਤਿਸ ਕਾਲ। ਕੋਤਵਾਲ ਇਸ ਕੰਮ ਦਾ ਬੁਰ ਹੈ। ਕੋਈ ਵੀ ਕੰਮ ਹੋਵੇ ਦੁਨੀਆ ਦੇ ਵਿੱਚ, ਕੋਈ ਨਾ ਕੋਈ ਉਸ ਕੰਮ ਦਾ ਆਗੂ ਹੁੰਦਾ, ਲੀਡਰ ਹੁੰਦਾ, ਮੋਹਰਾ ਹੁੰਦਾ। ਜੇ ਸਤਿਗੁਰਾਂ ਦੀ ਗ੍ਰਿਫਤਾਰੀ ਹੋਈ ਤੇ ਕੋਤਵਾਲ ਕਰਕੇ ਹੋਈ। ਹੁਣ ਕੋਤਵਾਲ ਨੂੰ ਕਿਹੜਾ ਸੁਪਨਾ ਹੁੰਦਾ ਸੀ ਮੈਂ ਆਹ ਕੰਮ ਕਰਨਾ ਹੈ? ਸਤਿਗੁਰਾਂ ਨੇ ਆਜੜੀ ਭੇਜਿਆ, ਖੇਡ ਵਰਤਾਈ, ਭਰਮ ਦਾ ਜਾਲ ਪਾਇਆ। ਹੁਣ ਕੋਤਵਾਲ ਅੱਜ ਕਿਲੇ ਵਾਲੇ ਨੂੰ ਆਖਦਾ, ਸੂਬੇ ਨੂੰ, ਕਹਿੰਦਾ ਜੇ ਤੁਸੀਂ ਮੇਰੀ ਮੰਨੋ, ਮੈਨੂੰ ਲੱਗਦਾ ਹੈ ਆਪਾਂ ਜ਼ਿੰਦਗੀ ਦਾ ਬਹੁਤ ਵੱਡਾ ਕੰਮ ਕੀਤਾ ਹੈ, ਬਹੁਤ ਵੱਡਾ। ਤੇ ਇਸ ਕੰਮ ਨੂੰ ਜੇ ਆਪਾਂ ਹੁਣ ਨੇਪਰੇ ਚਾੜ ਦਈਏ, ਖੂਬ ਚਰਚਾ ਆਪਣੇ ਨਾਮ ਦੀ ਹੋਏਗੀ। ਲਿਖੀ ਬਣਾਏ ਸ਼ਿਗਰ ਤਬ ਅਰਜ਼ੀ, ਹਜ਼ਰਤ ਪਾਏ ਆਪ ਕੀ ਮਰਜ਼ੀ। ਹੁਣ ਇਸ ਵੇਲੇ ਕਿਲੇ ਵਾਲੇ ਦੇ ਮਨ ਵਿੱਚ ਇਹ ਡਰ ਸੀ ਵੀ ਸਤਿਗੁਰ ਪੂਰਨ ਹਰੀ ਅਵਤਾਰ ਨੇ, ਮੈਂ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰਾਂ, ਮੈਂ ਮਾੜਾ ਨਹੀਂ ਕਰਾਂ ਤੇ ਚੰਗਾ ਹੈ। ਵੇਖੋ ਉਸ ਇਨਸਾਨ ਦੇ ਅੰਦਰ ਅਜੇ ਵੀ ਰੱਬ ਜਾਗਦਾ ਹੈ, ਉਹਦਾ ਮਨ ਸੁੱਤਾ ਨਹੀਂ, ਜਾਗਦਾ ਹੈ। ਪਰ ਕੋਤਵਾਲ ਲਾਲਚ ਵਿੱਚ ਕਹਿੰਦਾ ਹੈ ਤੁਸੀਂ ਖੱਤ ਤੇ ਸਾਈਨ ਕਰ ਦਿਓ, ਚਿੱਠੀ ਮੈਂ ਆਪ ਹੀ ਲਿਖ ਦੇਣੀ ਹੈ। ਹੁਣ ਇਹ ਚਿੱਠੀ ਕਿਹੜੀ ਹੈ? ਸਿੱਧਾ ਜਾ ਕਹਿ ਲਈਏ ਪੰਜਾਬੀ ਦੀ ਭਾਸ਼ਾ ਦੇ ਵਿੱਚ, ਇਹ ਤਰੱਕੀ ਹੈ, ਤਰੱਕੀ ਨੌਕਰੀ ਦੇ ਵਿੱਚ। ਹੁਣ ਇਹ ਖੱਤ ਇੱਕ ਥਾਣੇਦਾਰ ਤੇ ਬਾਦਸ਼ਾਹ ਨੂੰ ਲਿਖ ਨਹੀਂ ਸਕਦਾ। ਇੱਕ ਛੋਟੀ ਜੀ ਗੱਲ ਹੈ, ਥਾਣੇਦਾਰ ਦੀ ਕੀ ਔਕਾਤ ਹੈ? ਉਹ ਪ੍ਰਧਾਨ ਮੰਤਰੀ, ਰਾਸ਼ਟਰਪਤੀ ਨੂੰ ਖੱਤ ਲਿਖ ਕੇ ਗੱਲ ਕਰੇ। ਇਹ ਗੱਲ ਜੇ ਹੋਏਗੀ ਡੀਸੀ ਦੇ ਥਰੂ ਜਾਏਗੀ, ਘੁੰਮ ਫਿਰ ਕੇ ਮੁੱਖ ਮੰਤਰੀ ਦੇ ਦਫ਼ਤਰ ਵਿੱਚ, ਉਹ ਤੋਂ ਅੱਗੇ ਸਾਈਨ ਹੋ ਕੇ ਪ੍ਰਧਾਨ ਮੰਤਰੀ ਕੋਲੇ। ਉਹਨਾਂ ਸਮਿਆਂ ਦੇ ਵਿੱਚ ਵੀ ਇਹੀ ਸੀ। ਹੁਣ ਸਿੱਧਾ ਤੇ ਕੋਤਵਾਲ ਖੱਤ ਬਾਦਸ਼ਾਹ ਨੂੰ ਲਿਖ ਨਹੀਂ ਸਕਦਾ, ਉਹਨੇ ਸੂਬੇਦਾਰ ਦੀ ਲੈਟਰ ਪੈਡ ਵਰਤ ਲਈ। ਉਸ ਖੱਤ ਵਿੱਚ ਲਿਖਦਾ, ਐ ਬਾਦਸ਼ਾਹ, ਸਿੱਖਾਂ ਤੇ ਹਿੰਦੂਆਂ ਦੇ ਗੁਰੂ, ਗੁਰੂ ਤੇ ਸਾਰੀ ਸ੍ਰਿਸ਼ਟੀ ਦੇ ਨੇ, ਬਾਰ-ਬਾਰ ਹਿੰਦੂ 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 ਕਿਉਂ ਕਿਹਾ ਜਾਂਦਾ ਹੈ? ਇਹ ਰਾਜਨੀਤੀ ਸੀ, ਕਿਉਂਕਿ ਬਾਦਸ਼ਾਹ ਖਿਲਾਫਤ ਕਰ ਰਿਹਾ ਸੀ ਹਿੰਦੂਆਂ ਦੀ, ਉਹ ਹਿੰਦੂਆਂ ਨੂੰ ਮਾਰਨਾ ਚਾਹੁੰਦਾ ਹੈ। ਖੱਤ ਦੇ ਵਿੱਚ ਲਿਖਿਆ, ਐ ਬਾਦਸ਼ਾਹ, ਖੱਤ ਪੜ੍ਹ ਕੇ ਤੂੰ ਬੜਾ ਖੁਸ਼ ਹੋਏਗਾ। ਹਿੰਦੁਨ ਗੁਰ ਸ਼੍ਰੀ ਤੇਗ ਬਹਾਦਰ, ਰਾਖਿਓ ਰੋਕ ਦੁਰਗ ਮਹਿ ਸਾਦਰ। ਅਸੀਂ ਹਿੰਦੂਆਂ ਤੇ ਸਿੱਖਾਂ ਦੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਜ਼ਬਰਦਸਤੀ ਰੋਕਿਆ ਹੋਇਆ ਕੈਦ ਕਰਕੇ।
ਹੁਣ ਕੈਦ ਦੇ ਵਿੱਚ ਸਤਿਗੁਰ ਆਪ ਆਏ ਨੇ, ਗ੍ਰਿਫਤਾਰੀ ਪਾਤਸ਼ਾਹ ਨੇ ਆਪ ਦਿੱਤੀ ਹੈ, ਪਰ ਇਸ ਚਿੱਠੀ ਵਿੱਚ ਲਿਖਿਆ ਜਾ ਰਿਹਾ ਕਿਉਂਕਿ ਲਿਖਣਾ ਹੋਰ ਹੁੰਦਾ ਹੈ, ਬੋਲਣਾ ਹੋਰ ਹੁੰਦਾ, ਫਰਕ ਹੁੰਦਾ ਹੈ। ਅਸੀਂ ਸਤਿਗੁਰਾਂ ਨੂੰ ਧੱਕੇ ਨਾਲ ਕੈਦ ਕੀਤਾ ਹੈ, ਗੁਰੂ ਸਾਹਿਬ ਸਾਡੀ ਕੈਦ ਚੋਂ ਨਿਕਲਣਾ ਚਾਹੁੰਦੇ, ਇੱਥੇ ਭੱਜ ਚੱਲੇ ਸੀ, ਬੜੀ ਔਖੀ ਫੌਜ ਲਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਏ। ਉਤਰੇ ਹੋਤੇ ਬਾਗ ਮਹਿ ਆਏ, ਹਮ ਤੋਰਨ ਗਮ ਨੇ ਸੁਧ ਪਾਏ। ਅਸੀਂ ਤੇ ਬਾਦਸ਼ਾਹ ਜੀ ਤੁਹਾਡੇ ਖੱਤ ਦਾ ਸਤਿਕਾਰ ਕਰਦੇ ਸੀ, ਸਾਨੂੰ ਪਤਾ ਸੀ ਵੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਖੋਜ ਕਰਦੇ ਹੋ। ਸਿੱਖਾਂ ਦੇ ਗੁਰੂ ਭੋਲੇ ਭਾਲੇ ਭਲੇਖੇ ਵਿੱਚ ਆ ਕੇ ਬਾਗ 'ਚ ਬਹਿ ਗਏ, ਉਹਨਾਂ ਨੂੰ ਕੀ ਪਤਾ ਸੀ ਸਾਡਾ ਇਹੀ ਸਟੈਪ ਗਲਤ ਹੋ। ਖੱਤ 'ਚ ਲਿਖਦਾ ਹੈ ਇੱਕ ਗੁਰੂ ਹੈ ਜਿਹੜੇ ਜੀਵਨ ਦੇ ਵਿੱਚ ਕਦੇ ਕਰਮ ਮਾੜਾ ਨਹੀਂ ਕਰਦੇ, ਐਸਾ ਕਰਮ ਨਹੀਂ ਹੁੰਦਾ ਜਿਹਨੂੰ ਕਰਕੇ ਗੁਰੂ ਕਦੇ ਪਛਤਾਵਾ ਕਰੇ। ਕੋਈ ਵੀ ਸਤਿਗੁਰਾਂ ਦਾ ਜੀਵਨ ਪੜ੍ਹ ਲਓ, ਕਿਸੇ ਧਾਰਮਿਕ ਗੁਰੂ ਦਾ ਜੀਵਨ ਪੜ੍ਹ ਲਓ, ਪਰ ਸਤਿਗੁਰਾਂ ਨੇ ਮਨੁੱਖ ਨੂੰ ਜ਼ਰੂਰ ਸਮਝਾਇਆ ਹੈ, ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋਤਾਈਐ। ਆਮ ਮਨੁੱਖ ਨੂੰ ਸਤਿਗੁਰ ਸੇਧ ਦੇ ਕੇ ਕਹਿੰਦੇ ਨੇ, ਸੱਜਣਾ ਇਹੋ ਜਿਹਾ ਕੰਮ ਜ਼ਿੰਦਗੀ 'ਚ ਨਾ ਕਰੀ ਜਿਹਨੂੰ ਕਰਕੇ ਤੈਨੂੰ ਪਛਤਾਵਾ ਹੋਵੇ। ਗੁਰੂ ਪੀਰ ਜੋ ਕਰਦੇ ਨੇ ਰੱਬ ਦੀ ਰਜ਼ਾ ਵਿੱਚ ਹੀ ਕਰਦੇ। ਹੁਣ ਦੁਨੀਆ ਦਾ ਕਹਿਣਾ ਕੁਝ ਹੋਰ ਹੁੰਦਾ ਤੇ ਰੱਬ ਦਾ ਕਹਿਣਾ ਕੁਝ ਹੋਰ ਹੁੰਦਾ। ਹੁਣ ਖੱਤ ਦੇ ਵਿੱਚ ਲਿਖਿਆ ਜਾ ਰਿਹਾ, ਗੱਲ ਵਧਾ ਚੜਾ ਕੇ, ਬਾਦਸ਼ਾਹ ਜੀ ਇਹ ਕੋਈ ਨਾਮੀ ਮਨੁੱਖ ਨਹੀਂ ਫੜਿਆ ਸੀ ਵੀ ਕੋਈ ਤੇਗ ਬਹਾਦਰ ਨਾਮ ਰਖਾਈ ਫਿਰਦਾ ਤੇ ਗ੍ਰਿਫਤਾਰ ਕਰ ਲਿਆ ਸੀ। ਜਿਨ੍ਹਾਂ ਨੂੰ ਫੜਿਆ ਉਹ ਆਪ ਸਾਖਸ਼ਾਤ ਗੁਰੂ ਨੇ, ਨਾਲ ਉਹਨਾਂ ਦੇ 5 ਸਿੱਖ ਨੇ, 5 ਘੋੜੇ ਹਨ, 5 ਸੌਰ ਸਾਥ ਜਿਨ ਔਰ ਆਨੇ ਸਾਥ ਜਾਏ ਤਿਸ ਠੌਰ। ਜਦੋਂ ਤੱਕ ਤੁਸੀਂ ਕੋਈ ਐਕਸ਼ਨ ਨਹੀਂ ਲੈਂਦੇ, ਕਾਰਵਾਈ ਨਹੀਂ ਕਰਦੇ, ਉਦੋਂ ਤੱਕ ਹੀ ਅਸੀਂ ਇਹਨਾਂ ਨੂੰ ਆਗਰੇ ਦੇ ਕਿਲੇ ਦੀ ਬਾਹਰ ਦੀ ਹਵਾ ਨਹੀਂ ਲੱਗਣ ਦਿੰਦੇ। ਹੁਣ ਇਹ ਖੱਤ ਵਿੱਚ ਜੋਰ ਬੜਾ ਹੈ ਜੀ, ਦਮ ਬੜਾ ਹੈ, ਕਿਉਂਕਿ ਚਿੱਠੀ ਹੈ ਕਿਲੇ ਵਾਲੇ ਸੂਬੇ ਦੀ, ਲਿਖਦਾ ਕੋਤਵਾਲ ਹੈ। ਇਹਨੂੰ ਕਿਹਾ ਜਾਂਦਾ ਚੂਰਾ ਨਾ ਕੁੱਤੀ ਰਲ ਜੇ, ਤੇ ਕੌਣ ਜਗਾਉਂਦਾ ਹੈ ਤੇ ਕੌਣ ਜਾਗਦਾ ਹੈ। ਹੁਣ ਕੋਤਵਾਲ ਨਹੀਂ ਸੀ ਚਾਹੁੰਦਾ ਮਾੜਾ ਕਰਨਾ, ਮਾਫ ਕਰਿਓ, ਕਿਲੇ ਵਾਲਾ ਨਹੀਂ ਸੀ ਚਾਹੁੰਦਾ ਮਾੜਾ ਕਰਨਾ, ਪਰ ਜਦੋਂ ਸੰਗ ਇਹੋ ਜਿਹਾ ਮਿਲ ਜੇ ਤੇ ਬੰਦਾ ਨਾ ਕਰਦਾ, ਉਹ ਮਾੜਾ ਕੰਮ ਕਰ ਵੀ ਜਾਂਦਾ ਹੈ। ਕੋਤਵਾਲ ਨੇ ਵਧਾ ਚੜਾ ਕੇ ਗੱਲਾਂ ਲਿਖੀਆਂ, ਸਿੱਖਾਂ ਦੇ ਗੁਰੂ ਸਾਡੀ ਮਿਹਨਤ ਕਰਦੇ ਨੇ, ਮਾਫੀਆਂ ਮੰਗਦੇ ਨੇ ਵੀ ਸਾਨੂੰ ਛੱਡ ਦਿਓ, ਪਰ ਬਾਦਸ਼ਾਹ ਜੀ ਤੁਹਾਡੀ ਆਗਿਆ ਦਾ ਪਾਲਣ ਅਸੀਂ ਕਰ ਰਹੇ ਹਾਂ, ਜਦੋਂ ਤੱਕ ਤੁਸੀਂ ਹੁਕਮ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਕਰਾਂਗੇ। ਅਬ ਰਾਵਰ ਕੀ ਮਰਜ਼ੀ ਜੈਸੇ ਲਿਖ ਪਰਵਾਨਾ ਪਠੀਏ ਤੈਸੇ। ਤੁਸੀਂ ਆਪਣਾ ਖੱਤ ਲੈ ਕੇ ਭੇਜ ਦਿਓ, ਜੋ ਤੁਹਾਨੂੰ ਚੰਗਾ ਲੱਗਦਾ, ਜੋ ਤੁਹਾਨੂੰ ਠੀਕ ਲੱਗਦਾ ਸੀ ਉਹੀ ਕਰਾਂਗੇ, ਉਦੋਂ ਤੱਕ ਅਸੀਂ ਤੁਹਾਡੀ ਉਡੀਕ ਕਰਾਂਗੇ। ਖੂਬ ਚਮਚਾਗਿਰੀ ਕੀਤੀ, ਜਿੰਨੀ ਖੁਸ਼ਾਮਦ ਹੁੰਦੀ ਸੀ ਉਹ ਕਰ ਰਿਹਾ ਹੈ, ਤੇ ਸਾਹਮਣੇ ਸਤਿਗੁਰ ਸਿੰਘਾਸਣ ਤੇ ਬੈਠੇ ਹੱਸ ਰਹੇ ਨੇ। ਸਿੱਖ ਪੁੱਛਦੇ, ਮਹਾਰਾਜ ਆਪ ਕਿਉਂ ਮੁਸਕਰਾ ਰਹੇ ਹੋ? ਗੁਰੂ ਜੀ ਕਹਿੰਦੇ, ਭਾਈ ਇਹ ਆਪਣਾ ਫਰਜ਼ ਨਿਭਾ ਰਹੇ ਨੇ, ਸਾਨੂੰ ਹਾਸਾ ਤਾਂ ਆਉਂਦਾ, ਆਖੋ ਸਭ ਨਾਮ, ਕਿਉਂਕਿ ਜੋ ਨਹੀਂ ਹੋਇਆ ਮਨੁੱਖੀ ਉਹ ਲਿਖ ਰਿਹਾ ਹੈ। ਜ਼ਿਆਦਾਤਰ ਸਰਕਾਰੀ ਦਸਤਾਵੇਜ਼ਾਂ, ਸਰਕਾਰੀ ਫਾਈਲਾਂ ਵਿੱਚ 80% ਉਹ ਗੱਲਾਂ ਲਿਖੀਆਂ ਜਾਂਦੀਆਂ ਜਿਹੜੀਆਂ ਕਦੇ ਹੁੰਦੀਆਂ ਹੀ ਨਾ ਹੋ ਸਕਦੀਆਂ। ਬੜੀਆਂ ਥਾਵਾਂ ਤੇ ਇਹੋ ਜਿਹੀਆਂ ਸੜਕਾਂ ਕਾਗਜ਼ਾਂ 'ਚ ਬਣੀਆਂ ਹੁੰਦੀਆਂ, ਫਾਈਲਾਂ ਦੇ ਵਿੱਚ ਹਕੀਕਤ ਵਿੱਚ ਕੋਈ ਬੁਨਿਆਦ ਹੀ ਨਹੀਂ ਹੁੰਦੀ ਉਹਨਾਂ ਦੀ, ਨਾ ਰੋਡ ਹੁੰਦਾ ਨਾ ਸੜਕ ਹੁੰਦੀ ਉੱਥੇ। ਹੁਣ ਇੱਥੇ ਜੋ ਕੁਝ ਲਿਖਿਆ ਗਿਆ ਝੂਠ ਦਾ ਪਲੰਦਾ ਸੀ, ਇਹ ਨਾ ਸਿਰ ਇਹ ਭਾਂਡਾ ਫੁੱਟਣਾ ਏ। ਇਮ ਕਾਗਜ਼ ਪਰ ਲਿਖਿਓ ਬਨਾਈ, ਕਹਿਓ ਸੌਰ ਸੰਗ ਸਮਝਾਈ। ਇਹ ਖੱਤ ਲਿਖ ਕੇ ਉਸੇ ਤਰ੍ਹਾਂ ਉਹਨੂੰ ਪੈਕ ਕਰਕੇ ਇੱਕ ਘੋੜਸਵਾਰ ਬੁਲਾਇਆ, ਉਹਨੂੰ ਕਹਿ ਦਿੱਤਾ ਇਹ ਚਿੱਠੀ ਐਮਰਜੈਂਸੀ ਹੈ, ਤਤਕਾਲੀ, ਇਹਨੂੰ ਜਲਦੀ ਪਹੁੰਚਾਇਆ ਜਾਵੇ। ਬਾਦਸ਼ਾਹ ਦੀ ਕਚਹਿਰੀ ਵਿੱਚ, ਦਰਬਾਰ ਵਿੱਚ ਇਹ ਪਰਵਾਨਾ ਪਹਿਲ ਦੇ ਆਧਾਰ ਤੇ ਭੇਜ ਦਿੱਤਾ ਜਾਵੇ। ਮਹਿ ਬਿਲਮ ਹੋ ਬਿਸਰਾਮ ਹੋ ਥੋਰਾ, ਦੋਰਿਓ ਜਾਹੋ ਸ਼ਾਹੇ ਕੀ ਔਰਾ। ਘੋੜਸਵਾਰ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ, ਤੂੰ ਰਾਤ ਵੇਲੇ ਵੀ ਸਫ਼ਰ ਕਰਨਾ, 1-2 ਘੰਟੇ ਤੋਂ ਵੱਧ ਆਰਾਮ ਨਹੀਂ ਕਿਤੇ ਕਰਨਾ। 1-2 ਦਿਨਾਂ ਦੇ ਵਿੱਚ ਇਹ ਖੱਤ ਦਿੱਲੀ ਦਰਬਾਰ ਭੇਜ, ਉੱਥੋਂ ਬਾਦਸ਼ਾਹ ਦਾ ਸੁਨੇਹਾ ਲੈ ਕੇ ਆ। ਹੁਣ ਇਹ ਕੋਈ ਅਤ ਕਥਨ ਨਹੀਂ ਜਾਂ ਵੱਡੀ ਗੱਲ ਨਹੀਂ ਵੀ 2 ਦਿਨ ਚ ਆਗਰੇ ਤੇ ਦਿੱਲੀ ਦਾ ਸਫ਼ਰ ਕੀ ਹੈ। ਘੋੜਿਆਂ ਦੀ ਤੇ ਰਫ਼ਤਾਰ ਹੀ ਬਹੁਤ ਤੇਜ਼ ਹੁੰਦੀ ਹੈ,
ਅਜੋਕੇ ਸਮੇਂ ਦੀਆਂ ਗੱਡੀਆਂ ਲਗਜ਼ਰੀ ਤੇ ਪੁਰਾਣੇ ਸਮੇਂ ਦੇ ਘੋੜੇ ਕੱਚੀਆਂ ਰਾਹਾਂ ਤੇ ਇੱਕ ਬਰਾਬਰ ਹੀ ਚੱਲਦੇ। ਹੁਣ ਉਸ ਵੇਲੇ ਇਸ ਸਵਾਰ ਨੂੰ ਸਾਰੀ ਗੱਲ ਸਮਝਾਈ ਗਈ। ਇਹ ਜਾ ਕੇ ਖੱਤ ਫੜਾਉਣਾ ਮੁਨਸ਼ੀ ਨੂੰ, ਕਿਸੇ ਕਾਜੀ ਤੇ ਮੁੱਲਾਂ ਦੇ ਹੱਥ ਨਾ ਫੜਾ ਦਿਓ। ਇਹ ਨਾ ਹੋਵੇ ਗ੍ਰਿਫਤਾਰ ਸਤਿਗੁਰਾਂ ਨੂੰ ਅਸੀਂ ਕੀਤਾ ਤੇ ਕ੍ਰੈਡਿਟ ਕੋਈ ਹੋਰ ਹੀ ਲੈ ਜੇ। ਲਾਲਚੀ ਲੋਕਾਂ ਨੂੰ ਇਹ ਵੀ ਫਿਕਰ ਹੁੰਦਾ ਏ। ਪਹੁੰਚ ਹੋ ਜਾਏ ਦੇਹੋ ਤਬ ਅਰਜ਼ੀ, ਪੜ ਕਰ ਲਿਖੇ ਬਹੁਰ ਨਿਜ ਮਰਜ਼ੀ। ਇਹ ਖੱਤ ਪੜ ਕੇ ਬਾਦਸ਼ਾਹ ਖੁਸ਼ ਹੋਏਗਾ, ਸਾਡੇ ਨਾਮ ਤੇ ਉਹ ਰਾਸ਼ੀ ਲਿਖੇਗਾ ਵੀ ਇੰਨੀ ਮਾਇਆ ਉਹਨਾਂ ਨੂੰ ਦੇ ਦਿਓ। ਕਿਉਂਕਿ ਖਰਚਾ ਵੀ ਹੋਣਾ ਨਾ, ਸਤਿਗੁਰਾਂ ਨੂੰ ਗ੍ਰਿਫਤਾਰ ਕੀਤਾ ਹੈ, ਕੈਦ ਕੀਤਾ ਹੋਇਆ ਹੈ। ਇਹ ਕੋਈ ਸੰਸਾਰੀ ਤੌਰ ਤੇ ਆਮ ਮਾਮੂਲੀ ਜੇ ਕੈਦੀ ਤੇ ਹੈ ਨਹੀਂ, ਇਹ ਵੱਡੇ ਪਿਆਰੇ ਸਤਿਗੁਰ, ਇਹਨਾਂ ਨੂੰ ਰੱਖਣ ਵਾਸਤੇ ਵੀ ਖਰਚਾ ਹੋਣਾ ਇਹਨਾਂ ਦਾ। ਉਹ ਸਭ ਕੁਝ ਲਿਖਤਾ। ਅਸੀਂ ਜੀ 7 ਜਿੰਦਿਆਂ ਦੇ ਅੰਦਰ ਕੈਦ ਗੁਰੂ ਸਾਹਿਬ ਨੂੰ ਕੀਤਾ ਹੋਇਆ ਏ। ਸਭ ਸੁਧ ਦੇ ਆਓ ਤਤਕਾਲ, ਲੈ ਇਨਾਮ ਕੋ ਦਰਬ ਵਿਸਾਲਾ। ਕਹਿੰਦੇ ਹੁਣ ਗੁਰੂ ਸਾਹਿਬ ਦੇ ਨਾਮ ਤੇ ਸਾਨੂੰ ਮਾਇਆ ਬਹੁਤ ਮਿਲੇਗੀ। ਆਪਸ ਵਿੱਚ ਬੈਠੇ ਗੱਲਾਂ ਕਰਦੇ ਨੇ, ਸਤਿਗੁਰ ਸਾਹਮਣੇ ਬੈਠੇ ਸੁਣ ਵੀ ਰਹੇ ਤੇ ਵੇਖ ਵੀ ਰਹੇ। ਇੱਕ ਵਾਰ ਵੀ ਸਤਿਗੁਰਾਂ ਨੇ ਮੋੜ ਕੇ ਨਹੀਂ ਕਿਹਾ ਤੁਸੀਂ ਇਹ ਮਾੜਾ ਕਰਮ ਕਿਉਂ ਕਰ ਰਹੇ ਹੋ, ਕੀ ਮਿਲੇਗਾ ਸਾਨੂੰ ਫੜਾ ਕੇ, ਨਹੀਂ ਕਿਹਾ। ਹਾਂ ਕੋਈ ਸੰਸਾਰੀ ਅਵਤਾਰੀ ਪੁਰਸ਼ ਹੁੰਦਾ ਤੇ ਜ਼ਰੂਰ ਪੁੱਛਦਾ ਮੇਰਾ ਤੇ ਕਸੂਰ ਕੋਈ ਨਹੀਂ, ਕਿਉਂ ਮੇਰੇ ਵੈਰ ਪੈ ਗਏ, ਤੁਸੀਂ 4 ਪੈਸੇ ਲੈ ਕੇ ਛੱਡ ਦਿਓ ਮੈਨੂੰ, ਗੱਲ ਕਾਹਦੀ ਹੈ। ਪਰ ਗੁਰੂ ਸਾਹਿਬ ਵੇਖ ਰਹੇ ਨੇ, ਸਿੱਖ ਹੁਣ ਸਮਝ ਗਏ ਨੇ ਇਹ ਸਤਿਗੁਰਾਂ ਦੀ ਕੋਈ ਵੱਖਰੀ ਲੀਲਾ ਹੈ। ਗੁਰੂ ਜੀ ਨੇ ਇੱਥੇ ਬਹਿ ਕੇ ਸਾਰਾ ਕੁਝ ਹੀ ਕਹਿ ਦਿੱਤਾ ਸੀ, ਸਿੱਖੋ ਆਰੇ ਨਾਲ ਚੀਰੇ ਜਾਓ, ਕੋਈ ਤੁਹਾਨੂੰ ਡੁਲਾ ਨਹੀਂ ਸਕਦਾ। ਸਭ ਬਚਨ ਵਰਗ ਨੇ ਆਗਰੇ ਦੇ ਕਿਲੇ 'ਚ ਸਿੱਖਾਂ ਨੂੰ ਕਹੇ ਹੋਏ ਸੀ। ਅੱਜ ਉਹ ਸਿੱਖ ਵੀ ਸਤਿਗੁਰਾਂ ਦਾ ਚਿਹਰਾ ਵੇਖ ਕੇ ਪ੍ਰਸੰਨ ਨੇ। ਮੌਤ ਦਾ ਡਰ ਉਹਨਾਂ ਵੀ ਗਲ ਤੋਂ ਲਾ ਦਿੱਤਾ ਏ। ਸੁਨ ਸਾਉਰ ਹੈ ਦੀਨ ਨਿਹਾਰੀ, ਜ਼ੀਨ ਪਾਏ ਕਿਨਸ ਅਸਵਾਰੀ। ਇਧਰ ਘੋੜ ਸਵਾਰ ਖੱਤ ਲੈ ਕੇ ਬੜੀ ਰਫ਼ਤਾਰ ਦੇ ਨਾਲ ਇੱਥੋਂ ਆਗਰੇ ਤੋਂ ਨਿਕਲ ਗਿਆ। ਸਵੇਰ ਦਾ ਚੱਲਿਆ, ਦੁਪਹਿਰੇ ਵੀ ਨਹੀਂ ਰੁਕਿਆ, ਮਾੜਾ ਮੋਟਾ ਪਾਣੀ ਪੀਤਾ, ਕਿਤੇ ਭੋਜਨ ਖਾਧਾ, ਛੋਲੇ ਖਾਂਦੇ ਜਾਂਦੇ ਨੇ, ਘੋੜੇ ਤੇ ਬੈਠੇ ਭੁੱਖ ਨਾ ਲੱਗੇ, ਪਾਣੀ ਪੀਂਦੇ ਜਾ ਰਹੇ ਨੇ ਬਰਤਨ 'ਚ। ਕਹਿੰਦੇ ਸ਼ਾਮ ਦਾ ਵੇਲਾ ਹੋਇਆ, 2-4 ਘੰਟੇ ਕਿਤੇ ਰਾਤ ਕੱਟੀ ਐ। ਦਿੱਲੀ ਕੇ ਮਗ ਕੋ ਤਬ ਚੱਲ, ਬਿਲਮ ਬਹੀਨਾ ਸ਼ਿਗਰ ਵਿਸਾਲਾ। ਕਹਿੰਦੇ ਜਮਨਾ ਪਾਰ ਕਰਕੇ ਦਿੱਲੀ ਸ਼ਹਿਰ ਵਿੱਚ ਪ੍ਰਵੇਸ਼ ਹੋਇਆ। ਦੂਜਾ ਦਿਨ ਹੈ, ਦੂਜੇ ਦਿਨ ਦਾ ਦੁਪਹਿਰਾ ਟਲਿਆ। ਇੰਨੀ ਰਫ਼ਤਾਰ ਦੇ ਨਾਲ ਆਗਰੇ ਤੋਂ ਚੱਲ ਕੇ ਆ ਗਿਆ। ਇਸ ਬਾਸੁਰ ਮਹਿ ਪੰਥ ਬਿਆਨ ਹੈ, ਆਦਿਕ ਥਕ ਹੈ ਬਿਸਰਾਮ ਸੋ ਠਨ ਹੈ। ਇਹ ਥਕਾਵਟ ਵੀ ਬੜੀ ਹੈ ਪਰ ਮਹਿਸੂਸ ਨਹੀਂ ਕੀਤੀ। ਜਦੋਂ ਬੰਦੇ ਦੇ ਸਾਹਮਣੇ ਦੁੱਗਣਾ ਚੌਗਣਾ ਪੈਸਾ ਹੋਵੇ ਤੇ ਉਹ ਥੱਕਦਾ ਵੀ ਨਹੀਂ ਹੁੰਦਾ ਕਦੇ। ਥਕਾਵਟ ਹੋਈ ਨਾ, ਕਿਉਂਕਿ ਘੋੜ ਸਵਾਰ ਜਿੰਨੀ ਦੇਰ ਨਾਲ ਛੇਤੀ ਖੱਤ ਲੈ ਕੇ ਆਏਗਾ ਇਹਨੂੰ ਵੀ ਤੇ ਦੁੱਗਣੀ ਮਾਇਆ ਮਿਲਣੀ, ਇਹਦਾ ਤੇ ਫਰਜ਼ ਹੈ। ਪਹੁੰਚ ਗਿਆ ਲਾਲ ਕਿਲੇ ਤੋਂ ਬਾਹਰ। ਇੱਥੇ ਮੁਨਸ਼ੀ ਸੀ ਜਿਹੜਾ ਬਾਦਸ਼ਾਹ ਦਾ ਬਹੁਤ ਖਾਸ ਹੈ, ਉਹਦੇ ਨਾਲ ਮੁਲਾਕਾਤ ਕੀਤੀ। ਦਿਨ 2-1 ਮੈਂ ਪਹੁੰਚਿਓ ਆਈ, ਅਰਜ਼ੀ ਸ਼ਾਹੋ ਸਮੀਪ ਪਠਾਈ। ਕਹਿੰਦੇ ਉਸੇ ਵੇਲੇ ਮੁਨਸ਼ੀ ਦੇ ਕੋਲ ਇੱਕ ਬੇਨਤੀ ਭੇਜੀ ਹੈ, ਮੈਂ ਖੱਤ ਬਾਦਸ਼ਾਹ ਨੂੰ ਦੇਣਾ ਚਾਹੁੰਦਾ। ਇਹ ਖੱਤ, ਇਹ ਅਰਜੀ ਬਹੁਤ ਜ਼ਰੂਰੀ ਹੈ, ਆਗਰੇ ਦੇ ਕਿਲੇ ਵਿੱਚੋਂ ਆਈ ਹੈ। ਨਵੀਂ ਸਿੰਧ ਨੇ ਖੋਲ ਸੁਣਾਈ, ਹਿੰਦੁਨ ਗੁਰੂ ਲੀਨ ਅਟਕਾਈ। ਉਹ ਖਾਤੀ ਉੱਤੇ ਵੀ ਨਿਸ਼ਾਨ ਲੱਗਿਆ ਸੀ ਲਾਲ ਰੰਗ ਦਾ ਵੀ ਇਹ ਖੁਸ਼ੀ ਦਾ ਖੱਤ ਹੈ। ਸਮਾਂ ਲਿਆ ਗਿਆ। ਔਰੰਗਜ਼ੇਬ ਅੱਜ ਤਖਤ ਤੇ ਬੈਠਾ, ਤੀਜਾ ਹੀ ਦਿਨ ਹੈ, 12-12:15 ਦਾ ਸਮਾਂ। ਨਵੀਂ ਸਿੰਧ ਨੇ ਮੁਨਸ਼ੀ ਨੇ ਪੇਸ਼ ਕੀਤਾ ਇਹਨੂੰ। ਕਹਿੰਦੇ ਖੱਤ ਪੜ੍ਹ ਕੇ ਸੁਣਾਏ। ਕਹਿੰਦਾ ਜੀ ਮੁਨਸ਼ੀ ਸਾਹਿਬ ਤੁਸੀਂ ਉਹ ਸੁਣਾ ਦਿਓ। ਹੁਣ ਮੁਨਸ਼ੀ ਔਰੰਗਜ਼ੇਬ ਬਾਦਸ਼ਾਹ ਨੂੰ ਖੱਤ ਪੜ੍ਹ ਕੇ ਸੁਣਾਉਣ ਲੱਗਿਆ। ਕਹਿੰਦਾ ਜਨਾਬ ਖੁਸ਼ਖਬਰੀ, ਸਿੱਖਾਂ ਤੇ ਹਿੰਦੂਆਂ ਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣੀ ਸਲਤਨਤ ਦੇ ਅਧੀਨ ਹੋ ਗਏ ਨੇ, ਆਪਣੀ ਗ੍ਰਿਫਤਾਰੀ ਵਿੱਚ ਨੇ। ਸੁਨ ਹਰਖਿਓ ਮੂਰਖ ਚਵਕਤਾ, ਅਵਨੀ ਰਾਜ ਤੇਜ ਮਦ ਮਤਾ। ਕਵੀ ਜੀ ਕਹਿੰਦੇ ਚਵਕਤਾ ਗੋਤ ਦਾ ਮੂਰਖ ਔਰੰਗਜ਼ੇਬ ਇੰਨਾ ਖੁਸ਼ ਹੋਇਆ, ਉੱਠ ਕੇ ਨੱਚਣ ਲੱਗ ਗਿਆ, ਬੜਾ ਖੁਸ਼। ਕਹਿੰਦਾ ਜੋ ਔਰੰਗਜ਼ੇਬ ਚਾਹੁੰਦਾ ਹੈ ਉਹੀ ਕਰਕੇ ਛੱਡਦਾ ਖੋ ਸਤਨਾਮ। ਪਰ ਇਹ ਮੂਰਖ ਜਾਣਦਾ ਨਹੀਂ ਜੋ ਤੂੰ ਅੱਜ ਕਰਨ ਲੱਗੇ ਹੈ, ਤੇਰਾ 52 ਸਟੇਟਾਂ ਤੇ ਰਾਜ ਭਾਗ ਖਤਮ ਹੋ ਜਾਏਗਾ।
ਮਿੱਟੀ ਵਿੱਚ ਮਿਲ ਜਾਏਗਾ। ਕਹਿ ਤੂਰਨ ਉਮਰਾਵ ਚੜਾਇਓ ਲਸ਼ਕਰ ਸੰਗ ਸਮੂਹ ਪਠਾਇਓ। ਹੁਣ ਖੱਤ ਪੜ੍ਹ ਕੇ ਸਾਰਾ ਸੁਣਾਇਆ, ਦੱਸਿਆ ਗਿਆ ਸਤਿਗੁਰ ਦੀ ਆਗਰੇ ਦੇ ਕਿਲੇ ਵਿੱਚ ਬੰਦ ਨੇ 5 ਸਿੱਖਾਂ ਦੇ ਸਮੇਤ। ਔਰੰਗਜ਼ੇਬ ਖੁਸ਼ੀ ਚ ਭੁੱਲਿਆ ਨਹੀਂ ਸਮਾਉਂਦਾ, ਤਖਤ ਤੇ ਬਹਿ ਗਿਆ। ਇੱਕ ਐਲਕਾਰ ਬੈਠਾ ਸੀ ਕੋਲੇ, ਕੋਲ ਬੁਲਾ ਕੇ ਕਹਿੰਦਾ ਬਰਖੁਰਦਾਰ ਗੱਲ ਸੁਣਵੇ। ਕਹਿੰਦਾ ਜੀ ਹੁਕਮ ਕਰੋ। ਕਹਿੰਦਾ 12,000 ਦੀ ਫੌਜ ਲੈ ਕੇ ਸਿੱਖਾਂ ਦੇ ਗੁਰੂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਓ। ਮੈਂ ਸੁਣਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਡੀ ਗ੍ਰਿਫਤਾਰੀ ਵਿੱਚ ਨੇ। ਸਭ ਹਜ਼ਾਰ ਦਵਾਦਸ ਅਸਵਾਰ ਚਲੇ ਆਗਰੇ ਪੰਥ ਮਝਾਰ। ਕਹਿੰਦੇ 12,000 ਘੋੜ ਸਵਾਰ, ਬੰਦੂਕਾਂ ਰਾਈਫਲਾਂ ਜਿਨ੍ਹਾਂ ਦੇ ਹੱਥਾਂ 'ਚ ਫੜੀਆਂ ਨੇ, ਤਿਆਰ ਪਰ ਤਿਆਰ ਸਰਕਾਰੀ ਸਿਕਿਉਰਿਟੀ ਜੋ ਬਾਦਸ਼ਾਹ ਦੀ ਬੜੀ ਖਾਸ ਸੀ। ਕਹਿੰਦੇ 12,000 ਘੋੜ ਸਵਾਰਾਂ ਨੂੰ ਇੱਕ ਜਰਨੈਲ ਦੇ ਅਧੀਨ ਕਮਾਂਡਰ ਦੇ ਭੇਜਿਆ। ਕਿੱਥੇ? ਆਗਰੇ। ਕਾਹਦੇ ਵਾਸਤੇ? 12,000 ਬੰਦਾ ਤੇ ਏਦਾਂ ਭੇਜਿਆ ਜਿੱਦਾਂ ਕਿਤੇ 15-20,000 ਬੰਦਾ ਗ੍ਰਿਫਤਾਰ ਕਰਨਾ ਹੋਵੇ। ਬਿੱਲਾ ਆਉ ਇਕੱਠੇ ਕਰਕੇ। ਕਿਹਨਾਂ ਵਾਸਤੇ? ਸਿਰਫ ਇੱਕ ਸਤਿਗੁਰ ਨੇ, 5 ਉਹਨਾਂ ਦੇ ਸਿੱਖ ਨੇ, 400 ਤੇ ਪਹਿਲਾਂ ਕੈਦ ਕਰਕੇ ਲੈ ਕੇ ਆਏ। ਕਿਲੇ ਦੇ ਆਸੇ-ਪਾਸੇ ਕਿੰਨਿਆਂ ਦਾ ਘੇਰਾ ਉਹ ਗਿਣਤੀ ਤੋਂ ਬਾਹਰ ਹੈ। ਕਹਿੰਦੇ 12,000 ਦੀ ਫੌਜ ਔਰੰਗਜ਼ੇਬ ਨੇ ਲਾਲ ਕਿਲੇ ਦਿੱਲੀ ਤੋਂ ਭੇਜੀ ਹੈ ਤੇ ਸਖਤ ਹਦਾਇਤਾਂ ਦਿੱਤੀਆਂ ਨੇ ਉਹਨਾਂ ਨੇ। ਤੇ ਇਸ ਕਮਾਂਡਰ ਨੂੰ ਸਾਰੀਆਂ ਪਾਵਰਾਂ ਦੇ ਕੇ ਭੇਜਿਆ, ਲੋੜ ਪਵੇ ਗੋਲੀ ਵੀ ਚਲਾ ਸਕਦਾ। ਇੱਥੋਂ ਤੱਕ ਉਹਨੂੰ ਜ਼ੋਰ ਤੇ ਬਲ ਪ੍ਰਦਰਸ਼ਨ ਦੇ ਕੇ ਤੋੜ ਦਿੱਤਾ। ਤੂੰ ਜੋ ਮਰਜ਼ੀ ਕਰੀ, ਜਿਉਂਦਾ ਜਾਂ ਮੁਰਦਾ ਸਤਿਗੁਰਾਂ ਨੂੰ ਲੈ ਕੇ ਆਈ। ਇਹ ਬਚਨ ਆਖ ਦਿੱਤੇ। ਨਰ ਪਠ ਪੁੰਨ ਕੀ ਨਸਤ ਕਰਾਈ ਸਭ ਵਿਦ ਕਰ ਰੱਖ ਹੋ ਚੁਕਸਾਈ। ਇੱਥੋਂ ਤੱਕ ਕਿਹਾ ਵੀ ਸਤਿਗੁਰਾਂ ਦੇ ਪੱਖ ਵਿੱਚ ਚੌਕਸੀ ਵਰਤਣੀ, ਪੂਰੀ ਚੌਕਸੀ। ਤੇ ਔਰੰਗਜ਼ੇਬ ਪਹਿਲਾ ਹੁਕਮ ਅੱਜ ਪਾਪ ਦਾ ਸੁਣਾਉਣ ਲੱਗਿਆ। ਕਹਿੰਦਾ ਜਦ ਤੋਂ ਤੁਸੀਂ ਪਹੁੰਚੋਗੇ ਸਿੱਖਾਂ ਦੇ ਗੁਰੂ ਨੂੰ ਦਿਨ ਅਤੇ ਰਾਤ 1 ਮਿੰਟ ਸੌਣ ਨਹੀਂ ਦੇਣਾ। ਆਖੋ ਸਤਨਾਮ। ਧਿਆਨ ਦਿਓ ਜੀ, ਇਹ ਬਹੁਤ ਵੱਡੀ ਗੱਲ ਹੈ। ਤੁਸੀਂ 1 ਰਾਤ ਸੋਵੋ ਨਾ, ਵਿਹਲੇ ਰਹਿ ਕੇ ਜਾ ਕੇ ਕੱਟੋ। ਸਵੇਰ ਹੁੰਦਿਆਂ ਕੰਧਾਂ 'ਚ ਵੱਜਦੇ ਫਿਰੋਗੇ, ਅਕਲ ਕੰਮ ਨਹੀਂ ਕਰਦੀ, ਦਿਮਾਗ ਸੈਂਸਲੈਸ ਹੋਇਆ ਰਹਿੰਦਾ, ਸਮਝ ਹੀ ਨਹੀਂ ਆਉਂਦਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਵੀ ਕਈ ਰਾਤਾਂ ਕਈ ਦਿਨ ਸੌਣ ਨਹੀਂ ਦਿੱਤਾ ਸੀ। ਸਭ ਤੋਂ ਵੱਡੀ ਸਜ਼ਾ ਵਰਲਡ ਦੇ ਵਿੱਚ ਬੰਦੇ ਨੂੰ ਸੌਣ ਨਾ ਦਿਓ, ਜੋ ਮਰਜ਼ੀ ਮਨਾ ਲਓ। ਕਹਿੰਦੇ ਜਾਣਸਾਰ ਸਤਿਗੁਰਾਂ ਦੇ ਆਸੇ-ਪਾਸੇ ਸਖਤੀ ਕਰਿਓ। 5 ਸਿੱਖਾਂ ਦੇ ਸਮੇਤ ਗੁਰੂ 1 ਮਿੰਟ ਵੀ ਸੌਣ ਨਾ। ਅਜ਼ਮਤਵੰਤ ਕੀਤਕ ਕਹਿ ਜਗ ਮਹਿ ਛਲ ਬਲ ਕਰ ਛੁੱਟ ਜਾਹੇ ਨਾ ਮਗ ਮਹਿ। ਫੌਜ ਚਲੇਗੀ, ਕਮਾਂਡਰ ਬਾਦਸ਼ਾਹ ਕੋਲ ਖੜਾ ਹੈ, ਹਦਾਇਤਾਂ ਲੈ ਰਿਹਾ ਹੈ। ਔਰੰਗਜ਼ੇਬ ਕਹਿੰਦਾ ਮੈਂ ਇੰਨੀ ਫੌਜ ਇਸ ਕਰਕੇ ਭੇਜ ਰਿਹਾ, ਸੁਣਿਆ ਸਿੱਖਾਂ ਦੇ ਗੁਰੂ ਬੜੇ ਕਰਾਮਾਤੀ ਨੇ। 100, 200, 1000, 5000 ਬੰਦੇ ਚੋਂ ਬੜੀ ਫੁਰਤੀ ਨਾਲ ਨਿਕਲ ਸਕਦੇ ਨੇ। ਇਸ ਮੂਰਖ ਨੂੰ ਪੁੱਛੇ ਕੋਈ, ਜੇ ਕਰਾਮਾਤ ਵਾਲਾ ਕਰਾਮਤ ਵਰਤਾਉਣ ਲੱਗ ਜੇ ਫਿਰ ਤੇ 10 ਲੱਖ ਵੀ ਖੜਾ ਕਰਦੀ ਉਹਨੇ ਫੇਰ ਵੀ ਨਿਕਲ ਜਾਣਾ। ਖੋਸਾ ਦਾ ਨਾਮ ਕਹਿੰਦਾ 12,000 ਬੰਦਾ ਮੈਂ ਇਸ ਵਾਸਤੇ ਭੇਜਦਾ ਵੀ ਸਿੱਖਾਂ ਦੇ ਗੁਰੂ ਕਿਤੇ ਕਰਾਮਾਤ ਵਰਤਾ ਕੇ ਇੱਥੋਂ ਨਿਕਲ ਜਾਣ ਨਾ। ਕਨੇ ਸਿਪਾਹੀ ਜਾਗਤ ਰਖੀਏ ਨਿਸ ਬਾਸੁਰ ਢਿਗ ਦ੍ਰਿਗ ਤੇ ਲਖੀਏ। ਜੇ ਰਸਤੇ ਦੇ ਵਿੱਚ ਕਿਤੇ ਆਉਣ ਵੇਲੇ ਰੁਕੋ, 12,000 ਫੌਜ ਦੇ ਵਿੱਚੋਂ 6,000 ਬੰਦਾ ਸੋਵੇ ਤੇ 6,000 ਜਾਗੇ। ਕਿੱਡੇ ਸਖਤ ਹੁਕਮ ਨੇ। ਹਿਟਲਰ ਬਣਿਆ ਹੋਇਆ ਔਰੰਗਜ਼ੇਬ ਐਡੇ ਫਰਮਾਨ ਸੁਣਾਉਣ ਲੱਗੇ ਆ। ਕਮਾਂਡਰ ਕਹਿੰਦਾ ਜੀ ਸਾਰਾ ਕੁਝ ਹੀ ਹੋਏਗਾ। ਕਹਿੰਦਾ ਜਿੰਨਾ ਜ਼ੁਲਮ ਕਮਾਉਣਾ ਹੈ ਉਹਨਾਂ ਕਮਾ ਲਿਓ। ਉਹ ਰਾਜਾ ਰਜਪੂਤ ਨਾ ਆਵੇ ਲੜੈ ਅਚਾਨਕ ਗੁਰੂ ਛਟਾਵੇ। ਇਹ ਗੱਲ ਕਿਉਂ ਕੀਤੀ ਉਹਨੇ? ਦੂਜਾ ਕਾਰਨ 12,000 ਫੌਜ ਭੇਜਣ ਦਾ। ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਿੱਖ ਵੀ ਮੰਨਦੇ ਨੇ ਤੇ ਹਿੰਦੂ ਵੀ ਮੰਨਦੇ। ਇੱਥੋਂ ਤੱਕ ਰਾਜਾ ਰਾਮ ਸਿੰਘ ਰਾਜਪੂਤ ਬਾਦਸ਼ਾਹ, ਬਸ ਇਹੀ ਰਾਜਾ ਸੀ ਜਿਹਤੋਂ ਔਰੰਗਜ਼ੇਬ ਡਰਦਾ ਸੀ। ਆਖੋ ਸਤਨਾਮ। ਕਿਤੇ ਜਾਣੇ ਪਛਾਣੇ ਸਤਿਗੁਰਾਂ ਨੂੰ ਛਡਾਉਣ ਵਾਸਤੇ ਰਾਜਪੂਤ ਰਾਜੀ ਨਾ ਆ ਜਾਣ। ਜੇ ਉਹ ਆ ਗਏ ਜੰਗ ਲੱਗ ਜੂ। ਜੰਗ ਦੇ ਵਿੱਚ ਉਹਨਾਂ ਸਾਡੀਆਂ ਫੌਜਾਂ ਮਾਰ ਦੇਣੀਆਂ ਤੇ ਗੁਰੂ ਨੂੰ ਵਾਲ-ਵਾਲ ਕੱਢ ਕੇ ਲੈ ਜਾਣਗੇ। ਖਤਰਾ ਇਸ ਗੱਲ ਦਾ। ਕਿਸੇ ਰਾਜੇ ਮਹਾਰਾਜੇ ਕਿਸੇ ਫੌਜੀ ਤੇ ਇਤਬਾਰ ਨਾ ਕੀਤਾ ਜਾਵੇ।
ਇੰਨੀ ਸਿਕਿਉਰਿਟੀ ਬਾਦਸ਼ਾਹ ਨੇ ਤਾਂ ਦਿੱਤੀ ਹੈ ਵੀ 12,000 ਬੰਦਾ ਘੇਰਾ ਪਾ ਕੇ ਰੱਖੇ ਸਤਿਗੁਰਾਂ ਨੂੰ, ਕੋਈ ਜੰਗ ਲੜ ਕੇ ਕੋਈ ਲੜਾਈ ਕਰਕੇ ਇਹਨਾਂ ਨੂੰ ਛਡਾ ਨਾ ਜਾਵੇ। ਇੱਥੋਂ ਤੱਕ ਉਹਨੂੰ ਫਿਕਰ ਪਿਆ ਏ। ਤਿਉ ਹਿੰਦੂ ਕੇ ਤਿਕ ਖਗ ਧਾਰੀ, ਕਰਹਿ ਬਚਾਵਨ ਮਰਹਿ ਕੇ ਮਾਰੀ। ਇਹ ਹਿੰਦੂ ਲੋਕ ਜਿਨ੍ਹਾਂ ਵਾਸਤੇ ਸਤਿਗੁਰ ਆਪਣਾ ਆਪ ਕੁਰਬਾਨ ਕਰ ਸਕਦੇ ਨੇ, ਉਹ ਤੀਰ ਚਲਾ ਕੇ ਤੁਹਾਡੀ ਫੌਜ ਨੂੰ ਮਾਰ ਕੇ ਗੁਰੂ ਸਾਹਿਬ ਨੂੰ ਕੱਢ ਕੇ ਲਿਜਾ ਸਕਦੇ। ਕਿਉਂਕਿ ਰਾਜਪੂਤ ਰਾਜੇ ਔਰੰਗਜ਼ੇਬ ਦੀ ਏਗ ਨਹੀਂ ਸੀ ਮੰਨਦੇ, ਇਸ ਕਰਕੇ ਉਹਨਾਂ ਨੂੰ ਖੱਲ ਖੂੰਜੇ ਲਾ ਕੇ ਰੱਖਦਾ ਸੀ, ਕਿਤੇ ਮੇਰੇ ਤੇ ਕਬਜ਼ਾ ਨਾ ਕਰ ਲੈਣ, ਦੂਰ ਦੂਰ ਭੇਜ ਕੇ ਰੱਖਦਾ ਸੀ। ਹੁਣ ਇਹ ਗੱਲ ਕਿਉਂ ਕਰਦਾ ਇਹ? ਬਾਦਸ਼ਾਹ ਰਾਜਾ ਕਦੋਂ ਬਣੀਦਾ? ਜਦੋਂ 100 ਬੰਦਿਆਂ ਜਿੰਨੀ ਚਲਾਕੀ ਇੱਕ ਬੰਦੇ ਨੂੰ ਆ ਜੇ ਨਾ ਕਰਨੀ, 40-45 ਸਾਲ ਦਾ ਐਕਸਪੀਰੀਅੰਸ ਹੋ ਜੇ, ਗੁਰਮੁਖੋ ਅੱਤ ਦੇ ਲਾਲਚੀ ਦਰਜੇ ਦਾ ਬੰਦਾ ਹੋਵੇ, ਅੱਤ ਦੀਆਂ ਨੀਚ ਹਰਕਤਾਂ ਕਰਦਾ ਹੋਵੇ ਤੇ ਅੱਤ ਦਾ ਚਲਾਕ, ਗੁੱਸਾ ਨਾ ਕਰਿਓ, ਉਹਨੂੰ ਹੰਡਿਆ ਹੋਇਆ ਪੋਲੀਟੀਸ਼ੀਅਨ ਕਹਿੰਦੇ ਨੇ। ਆਖੋ ਸਤਨਾਮ। ਰਾਜਨੀਤਿਕ ਰਾਜਨੇਤਾ, ਰਾਜਨੇਤਾ ਦਾ ਭਾਵ ਕੀ ਹੁੰਦਾ ਹੈ? ਦੁਨੀਆ ਦਾ ਸਭ ਤੋਂ ਨੀਚ ਬੰਦਾ ਜਿਹੜਾ ਸਾਰੇ ਕੰਮ ਕਰ ਸਕਦਾ ਹੈ, ਹਰ ਕੰਮ ਅਲਾਉਡ ਹੈ। ਹੁਣ ਰਾਜਨੇਤਾ ਬਣਨ ਵਾਸਤੇ ਇੰਨੀ ਚਲਾਕੀ ਚਾਹੀਦੀ ਵੀ 100 ਬੰਦਾ ਜੇ ਗੱਲ ਕਰਦਾ ਉਹ ਇਕੱਲਾ ਹੀ ਹੈਂਡਲ ਕਰੀ ਜਾਵੇ, ਇਹ ਕਿਉਂ ਕਰਦਾ ਤੇ ਉਹਨੇ ਕਿਉਂ ਕੀਤੀ ਹੈ? ਇੰਨੀ ਚਲਾਕੀ। ਭੋਲਾ ਬੰਦਾ ਰਾਜਨੀਤੀ ਨਹੀਂ ਕਰ ਸਕਦਾ। ਕਹਿੰਦੇ ਔਰੰਗਜ਼ੇਬ ਦਾ ਦਿਮਾਗ ਸੀ 100 ਚਲਾਕ ਬੰਦਿਆਂ ਵਰਗਾ, ਉਹ ਇਹ ਗੱਲ ਨੂੰ ਜਾਣਦਾ ਸੀ ਵੀ ਸਤਿਗੁਰਾਂ ਦਾ ਪੱਖ ਪੂਰ ਸਕਦੇ ਨੇ ਰਾਜਪੂਤ ਰਾਜੇ, ਉਹ ਗਲਤੀ ਦੇ ਨਾਲ ਰਸਤੇ ਵਿੱਚ ਟੱਕਰ ਜਾਣ ਨਾ। ਇਨ ਬਾਤਨ ਤੇ ਹੋਏ ਸਵਧਾਨ, ਅਨਹੋ ਸ਼ੀਗਰ ਗੁਰੂ ਇਸ ਥਾਨ। ਇੰਨੀਆਂ ਗੱਲਾਂ ਕਹਿ ਕੇ ਸਾਵਧਾਨ ਕਰਕੇ ਕਹਿ ਦਿੱਤਾ, ਛੇਤੀ ਤੋਂ ਛੇਤੀ ਆਗਰੇ ਤੋਂ ਸਤਿਗੁਰਾਂ ਨੂੰ ਦਿੱਲੀ ਲੈ ਆਓ, ਜਲਦੀ ਸ਼ਿਫਟ ਕਰ ਦਿਓ, ਜਿੰਨੀ ਛੇਤੀ ਹੋ ਸਕੇ। ਰਾਤ ਨਹੀਂ ਕੱਟਣੀ ਕਿਤੇ, ਦਿਨ ਨਹੀਂ ਰੁਕਣਾ ਕਿਤੇ, ਬਸ ਜੇ ਕਿਤੇ ਰਾਤ ਕੱਟਣੀ ਪੈ ਵੀ ਜਾਏ ਤੇ ਸਖਤ ਪਹਿਰੇ 'ਚ ਰੱਖਣਾ ਉਹਨਾਂ ਨੂੰ, ਉਹ ਤੁਹਾਡੇ ਹੱਥੋਂ ਨਾ ਨਿਕਲ ਜਾਣ। ਇੱਕ ਉਹ ਆਪ ਕਰਾਮਾਤੀ ਨੇ, ਦੂਜਾ ਰਾਜੇ ਮਹਾਰਾਜੇ ਜਿਹੜੇ ਸਾਡੇ ਤੋਂ ਖਿਲਾਫ ਚੱਲਦੇ ਜੋ ਕਦੇ ਵੀ ਐਕਸ਼ਨ ਲੈ ਸਕਦੇ। ਕਵੀ ਜੀ ਕਹਿੰਦੇ ਮੈਂ ਇਹ ਵੀ ਦੱਸ ਦਿਆਂ, ਰਾਜਪੂਤ ਰਾਜਿਆਂ ਤੋਂ ਇੰਨਾ ਖੌਫ ਕਿਉਂ ਖਾਂਦਾ ਏ? ਚਿਰੰਕਾਲ ਕੇ ਖੋਜਤ ਰਹੇ, ਓਚਿਕ ਭੇ ਪ੍ਰਾਪਤ ਅਬ ਗਹੇ। ਹੁਣ ਔਰੰਗਜ਼ੇਬ ਖੁਸ਼ ਇਸ ਗੱਲ ਤੋਂ ਆ ਵੀ ਬੜੇ ਮਹੀਨਿਆਂ ਤੋਂ ਮੈਂ ਸਤਿਗੁਰਾਂ ਦੀ ਖੋਜ ਕਰਦਾ ਤੇ ਅਕਲ ਚੇਤ ਹੀ ਮਿਲ ਗਏ। ਖੁਸ਼ੀ ਦੀ ਗੱਲ ਆ ਉਹਦੇ ਵਾਸਤੇ। ਧਿਆਨ ਦੇਣਾ ਜੀ, 22 ਧਾਰ ਦੇ ਪਹਾੜੀ ਰਾਜੇ ਜੋ ਅਨੰਦਪੁਰ ਸਾਹਿਬ ਦੇ ਨਾਲ ਵਸਦੇ ਸੀ, ਉਹ ਹਿੰਦੂ ਸੀ, ਉਹਨਾਂ ਤੇ ਕਹਿਰ ਕਿਉਂ ਨਹੀਂ ਢਾਉਂਦਾ ਸੀ? ਪਤਾ ਸੀ ਵੀ ਇਹ ਬੰਦੇ ਖਤਰਨਾਕ ਨੇ, ਇਹਨਾਂ ਨੂੰ ਆਪਣੇ ਮਿੱਤਰ ਬਣਾ ਕੇ ਰੱਖੋ। ਆਖੋ ਸਤਨਾਮ। ਇਹਨਾਂ ਕੋਲ ਫੌਜ ਵੀ ਹੈ ਤੇ ਫਿਰ ਉਹ ਆਪਣੀਆਂ ਧੀਆਂ ਦੇ ਡੋਲੇ ਔਰੰਗਜ਼ੇਬ ਨੂੰ ਦੇਈ ਜਾਂਦੇ ਸੀ ਡਰਦੇ। ਤੇ ਆਹ ਮੁਸਲਮਾਨ ਤੇ ਹਿੰਦੂਆਂ ਦੀ ਸਾਂਝ ਨਾ ਟੁੱਟੀ ਤੇ ਬਾਕੀ ਕਿਸੇ ਹਿੰਦੂ ਨੂੰ ਛੱਡੇ ਹੀ ਉਹਨੇ ਕੋਈ। ਉਹ ਡਰਦਾ ਸੀ ਰਾਜਪੂਤ ਰਾਜਿਆਂ ਤੋਂ, ਕਿਉਂਕਿ ਰਾਜਪੂਤ ਕੌਮ ਐਸੀ ਹੈ, ਇਹ ਤਾਰੀਫ ਹੈ ਇਹਨਾਂ ਦੀ, ਇਹਨਾਂ ਦਾ ਏਕਾ ਬਹੁਤ ਹੁੰਦਾ ਹੈ। ਲੱਖ ਦੁਸ਼ਮਣ ਹੋਣ, ਇੱਕ ਦੂਜੇ ਦੇ ਸਿਰ ਵੱਢ ਬੈਰ ਹੋਵੇ, ਜੇ ਗਵਾਂਢ ਵਿੱਚ ਕੋਈ ਗਵਾਂਢੀ ਨਾਲ ਆ ਕੇ ਉੱਪਰ ਥੱਲੇ ਗੱਲ ਕਰ ਗਿਆ ਨਾ, ਮਰਨੀ ਮਰ ਜਾਂਦੇ, ਆਉਣ ਵਾਲੇ ਨੂੰ ਸੁੱਕਾ ਨਹੀਂ ਜਾਣ ਦਿੰਦੇ। ਆਖੋ ਸਤਨਾਮ। ਦੁਨੀਆ ਦੇ ਵਿੱਚ ਰਾਜਪੂਤ ਕੌਮ ਦਾ ਸਭ ਤੋਂ ਵੱਡਾ ਏਕਾ ਮੰਨਿਆ ਜਾਂਦਾ ਹੈ। ਇਸ ਕੌਮ ਨੇ ਰਾਜ ਵੀ ਕੀਤਾ, ਪਰ ਸਿਆਣੇ ਕਹਿੰਦੇ ਜਿੰਨਾ ਇਹਨਾਂ ਤੋਂ ਬਚ ਸਕਦੇ ਉਹਨਾਂ ਬਚੋ, ਜਿੰਨਾ ਪਰੇ ਰਹਿ ਸਕਦੇ ਪਰੇ ਰਹੋ, ਕਿਉਂਕਿ ਸ਼ਾਤਰ ਨੇ, ਚਲਾਕ ਨੇ, ਰਾਜ ਭਾਗ ਕਰਦੇ ਰਹੇ ਨੇ, ਰਾਜਨੀਤੀ ਦੇ ਮਾਹਰ ਹੁੰਦੇ ਨੇ। ਇਸੇ ਕਰਕੇ ਔਰੰਗਜ਼ੇਬ ਕਹਿੰਦਾ ਸੀ ਬਸ ਇਹਨਾਂ ਲੋਕਾਂ ਤੋਂ ਬਚਿਓ, ਹੋਰ ਕੋਈ ਵੀ ਸਤਿਗੁਰਾਂ ਨੂੰ ਛੁਡਾ ਨਹੀਂ ਸਕਦਾ। ਸਭ ਮਹਿ ਬਜਹੇ ਦੀਨ ਕੋ ਡੰਕਾ, ਰਾਵ ਰੰਕ ਨਰ ਧਰਹਿ ਆਤੰਕਾ। ਅੱਜ ਕਾਜੀ ਮੁੱਲਾ ਇਕੱਠੇ ਹੋ ਕੇ ਗੱਲਾਂ ਕਰਦੇ, ਕਹਿੰਦੇ ਬਾਦਸ਼ਾਹ ਜੀ ਛਾ ਗਏ ਹੋ ਤੁਸੀਂ। ਜਿੱਦਣ ਸਿੱਖਾਂ ਤੇ ਹਿੰਦੂਆਂ ਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਮੁਸਲਮਾਨ ਬਣ ਗਏ ਨਾ, ਪੂਰੇ ਹਿੰਦੁਸਤਾਨ ਵਿੱਚ ਤੁਹਾਡਾ ਡੰਕਾ ਵੱਜੇਗਾ, ਤੁਹਾਡੇ ਨਾਮ ਦੀ ਚਰਚਾ ਹੋਏਗੀ, ਜੱਗ ਤੁਹਾਨੂੰ ਸਲਾਮਾਂ ਕਰੇਗਾ। ਸਿੱਧ ਮਨੋਰਥ ਅਬ ਹੋਏ ਮੋਰਾ, ਟੂਟੇ ਸਭ ਹਿੰਦਨ ਕੋ ਜ਼ੋਰਾ। ਤੇ ਔਰੰਗਜ਼ੇਬ ਬੜਾ ਖੁਸ਼, ਕਹਿੰਦਾ ਅੱਜ ਤੇ ਮੇਰਾ ਕਰਮਾਂ ਵਾਲਾ ਦਿਨ ਚੜਿਆ ਖੁਦਾ ਦੇ ਨਾਮ ਤੇ। ਹੁਣ ਹਿੰਦੂ ਲੋਕਾਂ ਦਾ ਜ਼ੋਰ ਖਤਮ ਹੋ ਜਾਏਗਾ। ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਇਸਲਾਮ ਦੇ ਵਿੱਚ ਆ ਗਏ ਤੇ ਹਿੰਦੂ ਕੀ ਕਰਨਗੇ? ਕਿਉਂਕਿ ਹਿੰਦੂ ਲੋਕਾਂ ਨੇ ਪੁਕਾਰ ਕੀਤੀ ਅਨੰਦਪੁਰ ਸਾਹਿਬ ਜਾ ਕੇ, ਮਰਦ ਧਰਮ ਸਾਡਾ ਬਚਾ ਲਓ। ਮਰਦ ਕਹਿੰਦੇ ਭਾਈ ਸਾਡੇ ਸਿਰ ਜ਼ਿੰਮੇਵਾਰੀ ਪਾ ਦਿਓ, ਕਹਿ ਦਿਓ ਔਰੰਗਜ਼ੇਬ ਨੂੰ ਸਿੱਖਾਂ ਦੇ ਗੁਰੂ ਨੂੰ ਮੁਸਲਮਾਨ ਬਣਾ ਲਾ, ਬਾਕੀਆਂ ਨੂੰ ਫੇਰ ਬਣਾ ਲਿਓ।
ਉਹ ਕਹਿੰਦਾ ਜੇ ਗੁਰੂ ਇਸਲਾਮ ਵਿੱਚ ਆ ਗਏ ਤੇ ਮੈਨੂੰ ਕਤਲੇਆਮ ਕਰਨੇ ਨਹੀਂ ਪੈਣੇ, ਕਿਉਂਕਿ ਕਤਲੇਆਮ ਕਰਨ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਨੂੰ ਨੁਕਸਾਨ ਹੈ। ਹੋ ਸਕਦਾ ਕੋਈ ਬਾਗੀ ਸੁਰਾ ਖੜਾ ਕੇ ਬਹਿ ਜੇ, ਕੋਈ ਖਿਲਾਫਤ ਕਰ ਦੇ। ਜੇ ਸੌਖੇ ਸੌਖੇ ਲੋਕ ਮੁਸਲਮਾਨ ਬਣਦੇ ਨੇ, ਖੁਦਾ ਦੇ ਘਰ ਵਿੱਚ ਮੈਂ ਪ੍ਰਵਾਨ ਹੋ ਜਾਵਾਂਗਾ, ਸੱਚਾ ਮੁਸਲਮਾਨ ਹੋਵਾਂਗਾ। ਸ਼ਰਾ ਵਿਖੈ ਗੁਰ ਜਬ ਹੂੰ ਆਏ, ਦਿਜ ਆਦਿਕ ਆਪੇ ਬਨ ਜਾਏ। ਜਦੋਂ ਸਤਿਗੁਰ ਦੀ ਸ਼ਰਾ ਵਿੱਚ ਆ ਗਏ, ਇਹ ਸੋਚ ਹੈ, ਸੋਚਾਂ ਕਦੇ ਪੂਰੀਆਂ ਨਹੀਂ ਹੁੰਦੀਆਂ। ਸੁਪਨੇ ਜਿੰਨੇ ਮਰਜ਼ੀ ਸੰਜੋਈ ਜਾਓ, ਇੱਥੇ ਪ੍ਰਮਾਤਮਾ ਨੇ ਸਾਕਾਰ ਕਰਨੇ ਜੇ ਲਿਖੇ ਹੋਏ, ਵਰਨਾ ਜਿੰਨਾ ਮਰਜ਼ੀ ਜ਼ੋਰ ਲਾ ਲਿਓ। ਕਹਿੰਦਾ ਗੁਰੂ ਸਾਹਿਬ ਸ਼ਰਾ ਵਿੱਚ ਆ ਗਏ, ਜਿੰਨੇ ਵੱਡੇ ਵੱਡੇ ਪੰਡਤ ਨੇ ਕਸ਼ਮੀਰ ਦੇ ਵਿਦਵਾਨ, ਉਹ ਮੁਸਲਮਾਨ ਬਣ ਜਾਣਗੇ। ਪੰਡਤਾਂ ਨੂੰ ਕਿਉਂ ਮੁਸਲਮਾਨ ਬਣਾਉਣਾ ਹੈ? ਜਿਹੜੇ ਆਪਣੇ ਧਰਮ ਦਾ ਇੰਨਾ ਡੂੰਘਾ ਪ੍ਰਚਾਰ ਕਰਦੇ ਨੇ, ਜਦੋਂ ਉਹ ਮੁਸਲਮਾਨ ਬਣ ਗਏ ਫਿਰ ਉਹ ਮੁਸਲਮਾਨਾਂ ਦੇ ਵੱਡੇ ਵਿਦਵਾਨ ਹੋਣਗੇ। ਚਾਰੇ ਤਰਫ ਕੁਰਾਨ ਦੀ ਗੱਲ ਹੋਏਗੀ, ਇੱਕ ਖੁਦਾ ਨੂੰ ਮੰਨਿਆ ਜਾਏਗਾ। ਪ੍ਰਥਮ ਪ੍ਰਸੰਗ ਪਿਤਾ ਇੰਦ ਭਇਓ, ਮੋਰ ਪਿਤਾਮੇ ਹੋਤਨ ਕੀਓ। ਤੇ ਫੇਰ ਇੱਕ ਕਾਜੀ ਪੁੱਛਦਾ ਹੈ, ਕਹਿੰਦਾ ਬਾਦਸ਼ਾਹ ਜੀ ਤੁਸੀਂ ਤੇ ਮਹਾਰਾਜੇ ਸਮਰਾਟ ਹੋ, ਹਿੰਦੁਸਤਾਨ ਦੇ ਮਾਲਕ ਹੋ, ਤੁਹਾਨੂੰ ਫਕੀਰਾਂ ਤੋਂ ਇੰਨਾ ਖਤਰਾ ਕਾਹਦਾ ਪੈ ਗਿਆ? ਤੁਸੀਂ 12,000 ਕਿਉਂ ਭੇਜਿਆ? ਕਹਿੰਦਾ ਬੜੇ ਧਿਆਨ ਨਾਲ ਗੱਲ ਸੁਣ, ਸਾਡੇ ਵੱਡਿਆਂ ਨੇ ਇਹਨਾਂ ਨਾਲ ਚਲਾਕੀਆਂ ਬੜੀਆਂ ਕੀਤੀਆਂ, ਇਹ ਸਾਡੀ ਪੇਸ਼ ਨਹੀਂ ਜਾਣ ਦਿੰਦੇ। ਆਖੋ ਸਤਨਾਮ। ਇਹ ਹੁਣ ਆਪਣੇ ਵੱਡਿਆਂ ਦੀ ਗੱਲ ਕਰਦਾ ਹੈ, ਦਾਦੇ ਆਪਣੇ ਦੀ ਜਹਾਂਗੀਰ ਦੀ। ਕਹਿੰਦਾ ਹੁਣ ਉਹਦੀ ਵੀ ਤੂੰ ਗੱਲ ਸੁਣ ਲੈ। ਤਬ ਰਾਜੇ ਰਜਪੂਤ 52, ਕਰੇ ਛੁਟਾਵਨ ਤਿੰਨ ਭੈ ਪੰਜਾ। ਇੱਕ ਚੰਦੂ ਪਿੱਛੇ ਲੱਗ ਕੇ ਮੇਰੇ ਦਾਦੇ ਨੇ ਸਤਿਗੁਰਾਂ ਨੂੰ, ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਗਵਾਲੀਅਰ ਦੇ ਕਿਲੇ 'ਚ ਭੇਜਤਾ। ਕਹਿੰਦੇ ਆਪਣੀ ਜਾਣ 'ਚ ਤੇ ਅਸੀਂ ਕੀਤੀ ਸੀ ਬਹੁਤ ਵੱਡੀ ਸਿਆਣਪ, ਬਹੁਤ ਵੱਡੀ ਚਲਾਕੀ, ਵੀ ਗੁਰੂ ਨੂੰ ਇੱਕ ਪਾਸੇ ਲਾਤਾ। ਹੁਣ ਕੋਈ ਘੋੜ ਸਵਾਰ ਨਹੀਂ ਬਣੂ, ਕੋਈ ਹਥਿਆਰ ਨਹੀਂ ਚੱਕੂ, ਕੋਈ ਤਖਤ ਤੇ ਨਹੀਂ ਬੈਠੂ, ਕੋਈ ਪੱਗ ਨਹੀਂ ਬੰਨੂ। ਕਹਿੰਦੇ ਸਾਨੂੰ ਸੀਪ ਲਾ ਗਏ। ਉਹ ਕਾਹਦੀ? ਔਰੰਗਜ਼ੇਬ ਕਹਿੰਦਾ ਸਾਡੀ ਜਿੱਥੇ ਮੱਤ ਖਤਮ ਹੁੰਦੀ ਹੈ ਇਹਨਾਂ ਦੀ ਸ਼ੁਰੂ ਹੁੰਦੀ ਹੈ। ਕੋਈ ਜਾ ਕੇ ਗਵਾਲੀਅਰ ਦੇ ਕਿਲੇ 'ਚ ਬਹਿ ਗਏ, ਅਸੀਂ ਤੇ ਸਾਰੀ ਜ਼ਿੰਦਗੀ ਲਾ ਕੇ 52 ਰਾਜੇ ਅੰਦਰ ਕੀਤੇ, ਸਾਰੀਆਂ ਸਟੇਟਾਂ ਦੇ। ਕਹਿੰਦੇ ਚੁਟਕੀ ਜੀ ਛੁਡਾ ਕੇ ਲੈ ਗਏ। ਆਖੋ ਸਤਨਾਮ। ਸਾਰੀ ਜ਼ਿੰਦਗੀ ਦੀ ਕੀਤੀ ਕਰਾਈ ਸਾਡੀ ਖੇ ਹੋ ਗਈ ਸੀ, ਕਿਉਂਕਿ ਇੰਨੇ ਰਾਜਿਆਂ ਨੂੰ ਗ੍ਰਿਫਤਾਰ ਕਰਨਾ, ਉਹਨਾਂ ਨੂੰ ਸਜ਼ਾ ਜਾਬਤਾ ਦੇਣਾ, ਉਹਨਾਂ ਦੀਆਂ ਫੌਜਾਂ ਗੋਹਣੀਆਂ, ਤੇ ਫਿਰ ਰਾਜ ਭਾਗ ਦੇ ਵਿੱਚ ਸ਼ਾਂਤੀ ਬਹਾਲ ਕਰਨੀ ਵੱਡਾ ਕੰਮ ਸੀ ਨਾ। ਉਹਨਾਂ ਰਾਜਿਆਂ ਨੂੰ ਸਜ਼ਾਏ ਮੌਤ ਦੇਤੀ ਵੀ ਜੇ ਇਹ 52 ਰਾਜੇ ਹਿੰਦੂ ਅੰਦਰ ਰਹਿ ਗਏ ਤੇ ਸਾਡੇ ਰਾਜ ਭਾਗ ਨੂੰ ਖਤਰਾ ਨਹੀਂ। ਰਾਜਾ ਮਾਨ ਸਿੰਘ ਇਹਨਾਂ ਨੇ ਚਲਾਕੀ ਨਾਲ ਮਰਵਾਇਆ। ਸੁਣਿਆ ਨਾ ਇਤਿਹਾਸ ਪਿੱਛੇ ਤੁਸੀਂ, ਕਾਮਰੂਪ ਦੇਸ਼ ਵਾਲੇ ਪਾਸੇ। ਫਿਰ ਇਸੇ ਕੰਮ ਵਾਸਤੇ ਭੇਜਿਆ ਰਾਜਾ ਰਾਮ ਸਿੰਘ, ਉਹਨੂੰ ਬਚਾ ਲਿਆ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ। ਆਖੋ ਸਤਨਾਮ। ਮਾਰਿਆ ਉਹ ਵੀ ਜਾਣਾ ਸੀ। ਇਹ ਚਲਾਕ ਤੇ ਚਲਾਕੀ ਤੇ ਰਾਜਨੀਤੀ ਹੁੰਦੀ ਹੈ। ਜਿਹੜੇ ਬੰਦੇ ਤੋਂ ਤੁਹਾਨੂੰ ਖਤਰਾ ਹੈ ਉਹਨੂੰ ਆਪਣੇ ਨਾਲ ਜੋੜ ਕੇ ਇਹੋ ਜੀ ਥਾਂ ਤੇ ਭੇਜ ਦਿਓ ਜਿੱਥੇ ਉਹਨਾਂ ਜਿੱਤੇ ਨਾ ਹਾਰੇ, ਵਿੱਚ ਵਿਚਾਲੀ ਫਸਿਆ ਰਵੇ, ਉੱਠੇ ਹੀ ਨਾ ਹੋ। ਇੱਥੇ ਤੱਕ ਰੱਖ ਲਓ। ਹੁਣ ਇਹ ਗੱਲਾਂ ਕਰਦਾ ਹੈ, ਕਹਿੰਦਾ ਜਿਹੜੇ ਉਹ 52 ਰਾਜੇ ਨੇ ਨਾ, ਸਤਿਗੁਰਾਂ ਨੇ ਉਹਨਾਂ ਤੇ ਪਰਉਪਕਾਰ ਕਰਤਾ, ਉਹਨਾਂ ਦੇ ਪੁੱਤ ਪੋਤੇ ਪਰਉਪਕਾਰ ਭੁੱਲੇ ਕੋਈ ਨਹੀਂ। ਸੋ ਸਿਮਰਹਿ ਜੇ ਗੁਰ ਉਪਕਾਰਾ, ਕਰਹਿ ਬਟੋਰਨ ਲਸ਼ਕਰ ਭਾਰਾ। ਭਾਵੇਂ ਕਿ ਹਿੰਦੂ ਲੋਕਾਂ ਦਾ ਗੁਰੂ ਨਾਨਕ ਦੇ ਘਰ ਦੇ ਨਾਲ ਸੰਬੰਧ ਕੋਈ ਨਹੀਂ, ਸਤਿਗੁਰਾਂ ਦਾ ਸੰਬੰਧ ਤੇ ਇਨਸਾਨੀਅਤ ਨਾਲ ਹੈ। ਇਨਸਾਨੀਅਤ ਦਾ ਧਰਮ ਕੀ ਹੈ? ਦੁਨੀਆ ਦਾ ਭਲਾ ਕਰਨਾ, ਇੱਕ ਪਰਮਾਤਮਾ ਨੂੰ ਮੰਨਣਾ। ਇਹ ਗੱਲ ਕਰਦਾ ਹੈ, ਕਹਿੰਦਾ ਉਹ ਹਿੰਦੂ ਪਰਉਪਕਾਰ ਜਾਣ ਕੇ ਰਾਜੇ ਮਹਾਰਾਜੇ ਕਦੇ ਵੀ ਸਤਿਗੁਰਾਂ ਦੇ ਪੱਖ 'ਚ ਉਤਰ ਸਕਦੇ ਨੇ, ਕਦੇ ਵੀ ਉਤਰ ਸਕਦੇ ਨੇ, ਕਿਉਂਕਿ ਜਿੱਥੇ ਮਰਦ ਦਾ ਟਿਕਾਣਾ ਹੈ 22 ਧਾਰ ਦੇ ਰਾਜੇ ਉੱਥੇ ਬੈਠੇ ਨੇ। ਫਿਰ ਰਾਜਾ ਰਾਮ ਸਿੰਘ ਜੈਪੁਰ ਦਾ ਰਾਜਾ, ਉਹਦੇ ਨਾਲ ਕਿੰਨੇ ਰਾਜੇ ਮਹਾਰਾਜੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਦੇ ਨੇ, ਸੀਸ ਨਵਾਉਂਦੇ ਨੇ। ਔਰੰਗਜ਼ੇਬ ਕਹਿੰਦਾ ਕਿਤੇ ਇਹ ਨਾ ਹੋਵੇ ਲੈਣੇ ਦੇ ਦੇਣੇ ਪੈ ਜਾਣ। ਅੱਜ ਮੈਂ ਗੁਰੂ ਨੂੰ ਗ੍ਰਿਫਤਾਰ ਕਰਦਾ, ਕੱਲ ਨੂੰ ਚੱਕ ਕੇ ਮੈਨੂੰ ਅੰਦਰ ਕਰ ਦੇਣ, ਕੌਣ ਛਡਾਏਗਾ? ਜੇ ਰਾਜਿਆਂ ਦਾ ਏਕਾ ਹੋ ਗਿਆ ਤੇ ਨੁਕਸਾਨ ਹੋਏਗਾ। ਕਦੇ ਵੀ ਕੋਈ ਵੀ ਪਰਉਪਕਾਰ ਜਾਣਦਾ ਹੋਇਆ ਸਤਿਗੁਰਾਂ ਦੇ ਪੱਖ 'ਚ ਖੜਿਆ ਹੋ ਸਕਦਾ ਹੈ। ਕਹਿੰਦਾ ਉਹ ਜਿਹੜੇ 52 ਰਾਜੇ ਨੇ ਨਾ, ਉਹਨਾਂ ਦੀਆਂ ਕੁਲਾਂ, ਉਹਨਾਂ ਦੇ ਪਰਿਵਾਰ ਗੁਰੂ ਘਰ ਦੇ ਦੇਣਦਾਰ ਹਨ। ਆਨ ਲਰਹਿ ਨਹਿ ਲਹਿ ਛੁਟਾਏ, ਜਾਂ ਤੇ ਜਾਏ ਸੈਨ ਸਮੁਦਾਏ। ਇੰਨੀ ਸੈਨਾ ਇਸ ਕਰਕੇ ਭੇਜੀ ਗਈ ਹੈ, 3-3 ਹਜ਼ਾਰ ਇੱਕ ਦਿਸ਼ਾ ਵਿੱਚ ਹੋ ਗਏ, 3-3 4-4 ਹਜ਼ਾਰ।
ਇਸ ਕਰਕੇ ਇੰਨੀ ਫੌਜ ਸੈਨਾ ਭੇਜੀ, ਉਹਨਾਂ ਰਾਜੇ ਮਹਾਰਾਜਿਆਂ ਦੇ ਨਾਲ ਕਿਤੇ ਯੁੱਧ ਵੀ ਹੋ ਜੇ, ਕਮ ਸੇ ਕਮ ਸਮੇਂ ਦੀ ਸਰਕਾਰ ਦੀ ਪਿੱਠ ਤਾਂ ਨਾ ਲੱਗੇ। ਜੇ ਵਿਰੋਧੀ ਦਲ ਸੈਂਟਰ ਗਵਰਨਮੈਂਟ ਸਮੇਂ ਦੀ ਸਰਕਾਰ ਦੀ ਪਿੱਠ ਲਵਾ ਗਿਆ ਤੇ ਫਿਰ ਲੋਕਾਂ 'ਚ ਬਗਾਵਤ ਉੱਠ ਜੇਗੀ। ਉਹ ਬਾਦਸ਼ਾਹ ਕੀ ਕਰ ਸਕਦਾ ਜਿਹੜਾ ਆਪਣੀ ਫੌਜ ਨਹੀਂ ਸੰਭਾਲ ਸਕੇ, ਜੋ ਆਪਣਾ ਕਾਨੂੰਨ ਸੰਭਾਲ ਨਹੀਂ ਸਕਿਆ। ਔਰੰਗਜ਼ੇਬ ਕਹਿੰਦਾ ਮਰਨ ਹੋ ਜਾਏਗਾ, ਬੇਇੱਜ਼ਤ ਹੋ ਜਾਵਾਂਗਾ ਮੈਂ। ਇਸ ਕਰਕੇ ਇੰਨੀ ਫੌਜ ਭੇਜੀ। ਭਾਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਬੜੇ ਭੋਲੇ ਸੁਭਾਅ ਦੇ, ਉਹ ਹਥਿਆਰ ਨਹੀਂ ਚਲਾਉਣਗੇ, ਉਹ ਕਿਸੇ ਦਾ ਬੁਰਾ ਨਹੀਂ ਕਰਦੇ, ਜੋ ਕਰਦੇ ਨੇ ਰੱਬ ਦੀਆਂ ਰੰਗਾਂ 'ਚ ਕਰਦੇ ਨੇ। ਕੋਈ ਔਰੰਗਜ਼ੇਬ ਐਡਾ ਵੀ ਮੂਰਖ ਨਹੀਂ ਸੀ ਵੀ ਉਹਨੂੰ ਪਤਾ ਨਹੀਂ ਸੀ, ਉਹ ਸਭ ਕੁਝ ਜਾਣਦਾ ਏ। ਆਪਰ ਤਿਆਰ ਦਿੱਲੀ ਬਨ ਰਹਿ, ਜੱਟ ਹੈ ਤੁਰਤ ਜੋ ਸੁਧ ਅਸਲ ਹੈ। ਔਰੰਗਜ਼ੇਬ ਨੇ ਦਿੱਲੀ ਦੇ ਵਿੱਚ ਵੀ ਆਪਣੀ ਫੌਜ ਲਾ ਦਿੱਤੀ। ਸਾਵਧਾਨੀ ਵਰਤੋ, ਕੋਈ ਸਰਦਾਰ, ਕੋਈ ਰਾਜਪੂਤ ਰਾਜਾ ਮੇਰੇ ਹੁਕਮ ਤੋਂ ਬਗੈਰ ਕਿਸੇ ਸੜਕ ਰਸਤੇ ਤੋਂ ਅੰਦਰ ਨਾ ਆ ਜੇ, ਕਿਉਂਕਿ ਸਤਿਗੁਰਾਂ ਨੇ ਆਉਣਾ ਹੈ। ਕਿੰਨਾ ਏਰੀਆ ਸੈਂਸਿਟਿਵ ਬਣਾ ਲਿਆ ਉਹਨੇ। ਉਹ ਜਾਣਦਾ ਆਗਰੇ ਤੋਂ ਲੈ ਕੇ ਦਿੱਲੀ ਦੇ ਵਿੱਚ ਫੌਜ ਖੜੀ ਕਰ ਦਿੱਤੀ ਹੈ। 12,000 ਅਲੱਗ ਹੋਏਗੀ, ਕਿਤੇ ਇਹ ਨਾ ਹੋਵੇ ਕੋਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਰਾਤ ਵੇਲੇ ਛੁਡਾ ਕੇ ਲੈ ਜੇ, ਜਾਂ ਸਤਿਗੁਰ ਕਰਾਮਾਤ ਵਰਤਾ ਦੇਣਾ। ਨਿੰਦਿਆ ਦਿਕ ਗਿਣਤੀ ਕਰ ਬ੍ਰਿੰਦ, ਸਾਵਧਾਨਤਾ ਰਚੇ ਬਿਲੰਦ। ਕਹਿੰਦੇ ਬਾਦਸ਼ਾਹ ਭਾਵੇ ਕਿ ਬੜੇ ਹੌਸਲੇ ਦੀਆਂ ਗੱਲਾਂ ਕਰਦਾ, ਅੰਦਰ ਤੇ ਚਿੰਤਾ ਲੱਗੀ ਹੋਈ ਹੈ ਵੀ ਮੈਂ ਕੰਮ ਉਹ ਕਰ ਲਿਆ ਜਿਸ ਕੰਮ ਨੂੰ ਕਰਕੇ ਵੀ ਸਕੂਨ ਨਹੀਂ ਮਿਲਣਾ। ਮੂਰਖਤਾ ਕਰਦਾ ਤੇ ਹੈ, ਪਰ ਉਹਦੀ ਮੂਰਖਤਾ ਐਸੀ ਹੁੰਦੀ ਉਹ ਆਪ ਪਰੇਸ਼ਾਨ ਤੇ ਕਈਆਂ ਨੂੰ ਲੈ ਕੇ ਬਹਿ ਜਾਂਦਾ। ਸਿਆਣਾ ਬੰਦਾ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ 1000 ਵਾਰ ਸੋਚਦਾ ਹੈ। ਜਿਹੜਾ ਦੂਜੇ ਦਾ ਭਲਾ ਕਰਦਾ ਵੀ ਇਹ ਕੰਮ ਨਾ ਕਰਾਂ ਲੋਕੀ ਗਾਲਾਂ ਕੱਢਣਗੇ, ਪਰ ਔਰੰਗਜ਼ੇਬ ਕੱਟੜਵਾਦ ਵਿੱਚ ਸੀ। ਬੰਦੇ ਨੂੰ ਧਰਮੀ ਹੋਣਾ ਚਾਹੀਦਾ ਹੈ, ਅੱਤ ਦਾ ਕੱਟੜ ਨਹੀਂ ਹੋਣਾ ਚਾਹੀਦਾ। ਬਹੁਤਾ ਬੰਦਾ ਕੱਟੜ ਹੋ ਜੇ ਨਾ, ਬਹੁਤਾ ਵੇਖੋ ਜੀ ਮਰਿਆਦਾ ਵਿੱਚ ਚੱਲਣਾ, ਇਹ ਕੱਟੜਵਾਦ ਨਹੀਂ। ਕੱਟੜ ਕੀ ਹੈ? ਲਕੀਰ ਦਾ ਫਕੀਰ ਬਣ ਜਾਣਾ ਵੀ ਮੈਂ ਹੁਣ ਆਪਣੇ ਬਾਬੇ ਨੂੰ ਛੱਡ ਕੇ ਗੁਰਦੁਆਰੇ ਨਹੀਂ ਜਾਣਾ, ਜੋ ਮਰਜ਼ੀ ਹੋ ਜਾਏ, ਮਰਨੀ ਮਰ ਜੂ ਇਹਦੇ ਪਿੱਛੇ, ਕਿਉਂਕਿ ਮੇਰਾ ਗੁਰੂ ਮੈਸੇਂਜਰ ਆਫ ਗੋਡ ਹੈ, ਰੱਬ ਦਾ ਸੁਨੇਹਾ ਦੇਣ ਵਾਲਾ ਹੈ। ਇਹਦੇ ਲਈ ਅਸੀਂ ਮਰ ਸਕਦੇ ਹਾਂ ਤੇਲ ਦੀਆਂ ਪੀਪੀਆਂ ਲੈ ਕੇ, ਪਰ ਗੁਰਦੁਆਰੇ ਅਸੀਂ ਕਿਉਂ ਜਾਈਏ? ਇਹੋ ਜਿਹੇ ਲੋਕ ਖਤਾ ਖਾਂਦੇ, ਕਿਉਂਕਿ ਉਹ ਕੱਟੜਵਾਦ ਵਿੱਚ ਨੇ। ਸਿੱਖ ਕੱਟੜਵਾਦ ਵਿੱਚ ਨਹੀਂ, ਸਿੱਖ ਤੇ ਹਿੰਦੂਆਂ ਦੇ ਮੰਦਿਰ ਬਣਾ ਕੇ ਦੇਣ ਵਾਲੇ, ਟੁੱਟੀਆਂ ਹੋਈਆਂ ਮਸੀਤਾਂ ਨੂੰ ਖੜਿਆਂ ਕਰਨ ਵਾਲੇ। ਇਹ ਹੈ ਸਿੱਖ ਦਾ ਜੀਵਨ। ਦੂਜੇ ਤੇ ਪਰਉਪਕਾਰ ਕਰਨਾ। ਜੇ ਦੂਜਾ ਬੰਦਾ ਧਰਮੀ ਅੱਤ ਦਾ ਗਰੀਬ, ਉਹਦੀ ਵੀ ਸਹਾਇਤਾ ਕਰਨੀ ਆ ਵੀਰਾ। ਜੇ ਤੇਰੇ ਕੋਲ ਮੰਦਿਰ ਜਾਣ ਮਸੀਤ ਜਾਣ ਵਾਸਤੇ ਪੈਸੇ ਨਹੀਂ, ਤੂੰ ਮੇਰੇ ਕੋਲੋਂ ਲੈ ਜਾ, ਕਿਉਂਕਿ ਚੰਗੇ ਪਾਸੇ ਚੱਲੇ। ਇਹ ਹੈ ਸਿੱਖ ਦਾ ਜੀਵਨ। ਉਹ ਜਾਣਦੇ ਨੇ ਵੀ ਕੱਟੜਵਾਦ ਵਿੱਚ ਔਰੰਗਜ਼ੇਬ ਬਾਦਸ਼ਾਹ ਏ। ਕਿਲੇ ਵਾਲਾ ਚੰਗੀ ਤਰ੍ਹਾਂ ਜਾਣਦਾ ਵੀ ਇਹਨੇ ਆਪਣੀਆਂ ਜੜ੍ਹਾਂ ਤੇ ਖੋਖਲੀਆਂ ਕਰ ਲੀਆਂ, ਸਾਨੂੰ ਵੀ ਮਰਵਾਏਗਾ। ਲਸ਼ਕਰ ਛੱਡ ਦਿੱਲੀ ਤੇ ਗਇਓ, ਚਲ ਹੈ ਆਦਿਕ ਹੀ ਸ਼ਰਮ ਬਹੁ ਕੀਓ। ਕਹਿੰਦੇ ਇਹ ਲਸ਼ਕਰ ਫੌਜ ਥੱਕੀ ਹਾਰੀ ਆਗਰੇ ਪਹੁੰਚ ਗਏ। ਜਦੋਂ ਆਗਰੇ ਫੌਜ ਪਹੁੰਚੀ, ਕਹਿੰਦੇ ਕਿਲੇ ਨੂੰ ਚਾਰੇ ਤਰਫ ਤੋਂ ਹੋਰ ਘੇਰਾ ਪੱਕਾ ਹੋ ਗਿਆ, ਤੇ ਕਿਲੇ ਵਾਲਾ ਵੀ ਖੁਸ਼, ਉੱਥੋਂ ਦਾ ਕੋਤਵਾਲ ਵੀ ਖੁਸ਼, ਕਿਉਂਕਿ ਸਿਰਦਰਦੀ ਬਹੁਤ ਵੱਡੀ ਸੀ। ਕੱਲ ਨੂੰ ਇਹ ਪਤਾ ਲੱਗੇ ਸਤਿਗੁਰ ਜੀ ਸਾਡੀ ਕੈਦ ਚੋਂ ਚਲੇ ਗਏ, ਇੱਥੋਂ ਨਿਕਲ ਗਏ, ਤੇ ਸਾਡੀ ਤੇ ਸ਼ਾਮਤ ਬਾਦਸ਼ਾਹ ਕੋਲ ਆ ਜਾਣੀ ਹੈ। ਉਹਨਾਂ ਨੇ ਆਪਣੇ ਸਿਰ ਤੋਂ ਹੁਣ ਫਿਕਰ ਲਾਉਣਾ ਏ। ਮਗ ਉਲੰਗ ਸਗਰੋ ਜਬ ਗਏ, ਨਗਰ ਆਗਰੇ ਪ੍ਰਾਪਤ ਭਏ। ਜਿਹੜੇ ਆਗਰੇ ਸ਼ਹਿਰ ਦੇ ਵਿੱਚ ਫੌਜਾਂ ਨੇ ਤੰਬੂ ਲਾਏ ਨੇ, ਡੇਰੇ ਲਾਏ ਹੋਏ ਨੇ, ਘੇਰਾ ਹੀ ਘੇਰਾ ਪਿਆ। ਪਰ ਹੈਰਾਨੀ ਦੀ ਗੱਲ, ਜਿਹੜੇ ਮਾੜੇ ਨੂੰ ਮਾੜਾ ਨਹੀਂ ਕਹਿੰਦੇ, ਉਹਨਾਂ ਨੂੰ ਘੇਰਾ ਪਾ ਕੇ ਇੰਨੇ ਲੋਕ ਬੈਠੇ। ਆਖੋ ਸਤਨਾਮ। ਜਿਹੜੇ ਭੱਜਦੇ ਨਹੀਂ ਕਿਤੇ, ਜਿੰਨਾ ਗ੍ਰਿਫਤਾਰੀ ਆਪ ਦਿੱਤੀ ਆ। ਇਹ ਵੇਖ ਲੋ ਜ਼ਮਾਨਾ, ਐਸਾ ਸਮਾਂ ਹੈ। ਹਾਂ, ਕੋਈ ਇਹੋ ਜਿਹੇ ਬੰਦੇ ਨੂੰ ਤੇ ਘੇਰਾ ਪਾਇਆ ਜਾ ਸਕੇ, ਜਿਵੇਂ ਬਾਬਾ ਰਾਮ ਰਾਏ ਕਰਾਮਾਤ ਵਰਤਾ ਕੇ ਨਿਕਲ ਜਾਂਦੇ ਸੀ ਵੀ ਭਾਈ ਇਹ ਸ਼ਕਤੀ ਨਾ ਵਰਤ ਲੇ, ਇਹਦਾ ਕੋਈ ਸਾਥੀ ਨਾ ਆ ਜੇ, ਜਿਹੜਾ ਲੜਾਕੇ ਦੇ ਸੁਭਾਅ ਦਾ ਹੋਵੇ। ਪਰ ਸਤਿਗੁਰ ਤੇ ਬੜੇ ਸ਼ਾਂਤ ਚਿੱਤ ਨੇ, ਉਹ ਤੇ ਆਪ ਚੱਲ ਕੇ ਆਏ ਨੇ। ਜਿੱਥੇ ਬੈਠੇ ਉੱਥੇ ਹੀ ਬੈਠੇ ਨੇ, ਨਾ ਚੰਗਾ ਨਾ ਮਾੜਾ ਕਹਿੰਦੇ ਹੀ ਨਹੀਂ ਕਿਸੇ ਨੂੰ। ਪਰ ਸਮੇਂ ਦੀ ਹਕੂਮਤ ਜੋ ਕਰ ਰਹੀ ਹੈ, ਉਹ ਬੜਾ ਮਾੜਾ ਕਰਦੀ ਹੈ। ਸੁਨਤ ਦੁਰਗਪਤ ਅਰ ਕੁਤਵਾਲ, ਮਿਲਬੇ ਹਿਤ ਨਿਕਸੇ ਤਤਕਾਲ। ਕੋਤਵਾਲ ਤੇ ਕਿਲੇ ਵਾਲਾ ਦੋਨੇ ਜਦੋਂ ਕਿਲੇ ਦੇ ਦਰਵਾਜ਼ੇ ਤੇ ਚੱਲ ਕੇ ਆਏ, ਵੇਖੀਆਂ ਬਾਦਸ਼ਾਹ ਦੀਆਂ ਫੌਜਾਂ ਤੇ ਵੇਖਿਆ ਵੱਡਾ ਅਹਿਲਕਾਰ, ਜਿਹੜਾ ਇੰਨੀ ਫੌਜ ਲੈ ਕੇ ਆਇਆ ਹੈ। ਕਹਿੰਦੇ ਇੱਕ ਦੂਜੇ ਨੂੰ ਬੜੇ ਚਾਅ ਨਾਲ ਮਿਲੇ, ਖੁਸ਼ੀ ਨਾਲ।
ਕੋਤਵਾਲ ਨੂੰ ਖੁਸ਼ੀ ਇੰਨੀ ਨਹੀਂ ਜਿੰਨੀ, ਮਾਫ ਕਰਿਓ, ਕਿਲੇ ਵਾਲੇ ਨੂੰ ਖੁਸ਼ੀ ਇੰਨੀ ਨਹੀਂ ਜਿੰਨੀ ਕੋਤਵਾਲ ਨੂੰ ਹੈ। ਉਹਦੀ ਚਾਹ ਚੜਿਆ ਵੀ ਮੇਰਾ ਨਾਮ ਇਹ ਤੋਂ ਬਾਅਦ ਆਏਗਾ, ਕਹਿਣਗੇ ਪਹਿਲ ਤੇ ਕੋਤਵਾਲ ਨੇ ਕੀਤੀ ਜਾਂਦਾ। ਇਹੀ ਕਿਹਾ ਸੀ ਨਾ ਪਹਿਲਾਂ, ਆਪਣੇ ਸਿਪਾਹੀ ਭੇਜੇ, ਫਿਰ ਕਿਲੇ ਵਾਲੇ ਨੂੰ ਮਜਬੂਰ ਕੀਤਾ ਸਤਿਗੁਰਾਂ ਨੂੰ ਗ੍ਰਿਫਤਾਰ ਕਰਕੇ ਇੱਥੇ ਰੱਖ, ਕੋਤਵਾਲੀ ਹਵਾਲਾਤ ਵਿੱਚ ਨਹੀਂ ਰੱਖ ਸਕਦਾ। ਕਹਿੰਦੇ ਉਹ ਖੜਾ ਅਹਿਲਕਾਰ ਕੋਲ ਆਪਣੇ ਨੰਬਰ ਬਣਾਵੇ, ਆਪਣੀ ਮਹਿਮਾ ਕਰੇ। ਕਹਿੰਦਾ ਗੁਰੂ ਸਾਹਿਬ ਤੇ ਨਿਕਲ ਚੱਲੇ ਸੀ, ਬਸ ਮੈਂ ਹੀ ਮੌਕਾ ਸੰਭਾਲ ਲਿਆ, ਗ੍ਰਿਫਤਾਰ ਕਰ ਲਏ। ਭਾਂਤ ਭਾਂਤ ਕੀ ਦੇ ਉਪਹਾਰ, ਮਿਲੇ ਸਲਾਮਾ ਲੇਖ ਉਚਾਰ। ਇੱਕ ਦੂਜੇ ਨੂੰ ਸਲਾਮਾ ਲੇਕਮ ਕਰਦੇ ਨੇ, ਮਿਲਦੇ ਨੇ, ਪਿਆਰ ਕਰਦੇ ਨੇ, ਤੋਹਫੇ ਦਿੱਤੇ ਜਾ ਰਹੇ ਨੇ ਖੁਸ਼ੀ ਦੇ ਵਿੱਚ। ਸਤਿਗੁਰ ਸਭ ਕੁਝ ਜਾਣਦੇ ਨੇ, ਪਰ ਮਹਾਰਾਜ ਕਿਸੇ ਨੂੰ ਕੁਝ ਨਹੀਂ ਕਹਿੰਦੇ। ਗੁਰੂ ਸਾਹਿਬ ਚਾਹੁੰਦੇ ਜੇ ਕਰਾਮਾਤ ਵਰਤਾਉਂਦੇ ਇੱਕ ਪਲ ਚ ਅਲੋਪ ਹੋ ਕੇ ਜਾ ਸਕਦੇ ਨੇ। ਹੁਣ ਆਉਣ ਵਾਲੇ ਚੋਜਾਂ ਚ ਸੁਣਿਓ, ਸਮੇਂ ਦੇ ਬਾਦਸ਼ਾਹ ਨੇ ਤੇ ਮਰਦ ਨੂੰ ਪਿੰਜਰੇ ਚ ਕੈਦ ਕੀਤਾ ਹੋਇਆ ਤੇ ਸਤਿਗੁਰ ਸਿੱਖਾਂ ਦੇ ਘਰਾਂ ਚ ਲੰਗਰ ਛਕ ਰਹੇ। ਇਹ ਵੀ ਚੋਜ ਆਉਣਗੇ। ਗੁਰੂ ਨੂੰ ਕੋਈ ਬੰਨ ਸਕਦਾ ਹੈ? ਸਤਿਗੁਰ ਤੇ ਦੁਨੀਆ ਦੇ ਬੰਧਨ ਕੱਟਣ ਵਾਲੇ ਨੇ, ਗੁਰੂ ਨੂੰ ਬੰਧਨ ਕੌਣ ਪਾ ਸਕਦਾ ਹੈ? ਗੱਲ ਤੇ ਸ਼ਰਧਾ ਭਾਵਨਾ ਦੀ ਹੈ। ਜਿਹੜਾ ਮੂਰਖ ਹੈ, ਜਿਹਦੀ ਭਾਵਨਾ ਕੋਈ ਨਹੀਂ, ਉਹ ਕੁਝ ਵੀ ਕਰੀ ਜਾਏ ਉਹਨੂੰ ਹੀ ਚੰਗਾ ਲੱਗਦਾ ਹੈ। ਹੁਣ ਇੱਥੇ ਫੌਜਾਂ ਰੁਕੀਆਂ, ਫੌਜਾਂ ਵਾਸਤੇ ਦਾਣਾ ਪੱਠਾ ਨਿਹਾਰੀ, ਕੱਪੜੇ ਪੱਤਰ, ਖਾਣਾ ਪੀਣਾ, ਭੋਜਨ, ਹਰ ਇੱਕ ਚੀਜ਼ ਦਿੱਤੀ ਗਈ। ਖਾਨ ਪਾਨ ਤ੍ਰਿਣ ਦਾਨੇ ਕੇਰੀ, ਲਸ਼ਕਰ ਕੀ ਸੁਧ ਲੀਨ ਕੰਧੇਰੀ। ਅੱਜ ਦੀ ਰਾਤ ਕਹਿੰਦੇ ਫੌਜਾਂ ਨੇ ਕੱਟੀ ਹੈ, ਪਸ਼ੂਆਂ ਨੂੰ ਦਾਣਾ ਪੱਠਾ ਪਾਇਆ, ਸਵੇਰ ਹੁੰਦੇ ਨਹਾਏ ਧੋਏ ਨੇ, ਫਿਰ ਇਕੱਠੇ ਹੋਏ। ਅਹਿਲਕਾਰ ਨੇ ਕਿਲੇ ਵਾਲੇ ਨੂੰ ਬੁਲਾਇਆ, ਜਿਹੜਾ ਕਮਾਂਡਰ ਆਇਆ ਸੀ ਨਾ ਚੱਲ ਕੇ। ਹੁਣ ਇਹ ਅਗਲੀ ਕਾਰਵਾਈ ਦੀ ਗੱਲ ਕਰ ਰਹੇ ਨੇ, ਕੀਤਾ ਕੀ ਜਾਣਾ ਹੈ। ਹੁਣ ਕਿਲੇ ਵਾਲਾ ਹਰ ਗੱਲ ਆਪਣੇ ਸਿਰ ਤੇ ਨਹੀਂ ਸੀ ਲੈਂਦਾ, ਉਹ ਸਿਆਣਾ ਬੰਦਾ ਸੀ। ਉਹ ਕਹਿੰਦਾ ਜੀ ਕੋਤਵਾਲ ਨੂੰ ਬੁਲਾ ਲਓ, ਮੁੱਖ ਮੁੱਢ ਉਹੀ ਹੈ, ਸਭ ਕੁਝ ਉਸੇ ਨੇ ਕੀਤਾ ਏ। ਸਭ ਮਿਲ ਗੁਰੂ ਪਾਸ ਚਲ ਆਏ, ਨਿਕਟ ਬੈਠ ਕਰ ਭੇਵ ਬਤਾਏ। ਜਦੋਂ ਕਹਿੰਦੇ ਕੋਤਵਾਲ ਲੱਗਿਆ ਮਨ ਮਰਜ਼ੀ ਜੀ ਕਰਨ ਗੱਲਾਂ ਕਰਕੇ, ਕਿਲੇ ਵਾਲਾ ਸੂਬੇਦਾਰ ਕਹਿੰਦਾ ਉਹ ਭਾਈ ਗੱਲ ਸੁਣ, ਗੁਰੂ ਸਾਹਿਬ ਕੋਈ ਅਪਰਾਧੀ ਨਹੀਂ, ਕੋਈ ਪਾਪ ਨਹੀਂ ਕੀਤਾ ਉਹਨਾਂ ਨੇ, ਆਓ ਆਪਾਂ ਉਹਨਾਂ ਨਾਲ ਹੀ ਬਹਿ ਕੇ ਗੱਲ ਕਰ ਲੈਂਦੇ ਹਾਂ। ਉਹ ਤੇ ਬਹੁਤ ਚੰਗੇ ਭਲੇ ਇਨਸਾਨ ਨੇ। ਹੁਣ ਜਿਹੜਾ ਕਮਾਂਡਰ ਅਹਿਲਕਾਰ ਸੂਬੇਦਾਰ ਆਇਆ ਸੀ, ਕਹਿੰਦਾ ਗੱਲ ਤੇ ਠੀਕ ਹੈ, ਕਿਤੇ ਐਵੇਂ ਨਾ ਹੋਵੇ ਸਤਿਗੁਰਾਂ ਦੇ ਭਲੇਖੇ ਕਿਸੇ ਹੋਰ ਨੂੰ ਤੁਸੀਂ ਫੜਿਆ ਹੋਵੇ ਤੇ ਅਸੀਂ ਫੌਜਾਂ ਖਿੱਚੀ ਫਿਰੀਏ। ਬਹਾਨੇ ਨਾਲ ਮੁਲਾਕਾਤ ਹੋ ਜਾਏਗੀ, ਸੁਭਾਅ ਦਾ ਪਤਾ ਲੱਗ ਜਾਏਗਾ, ਨਾਲੇ ਪਹਿਚਾਨ ਹੋ ਜਾਏਗੀ। ਹਜ਼ਰਤ ਅਧਿਕ ਤਲਾਸ਼ੀ ਖਾਨ ਹੈ, ਬਹੁ ਦਿਨ ਤੇ ਬਹੁ ਨਗਰ ਬਖਾਨ ਹੈ। ਚੱਲ ਕੇ ਸਤਿਗੁਰਾਂ ਕੋਲ ਆਏ, ਅਹਿਲਕਾਰ ਨੇ ਮੱਥਾ ਟੇਕਿਆ। ਜਿਹੜਾ ਗ੍ਰਿਫਤਾਰ ਕਰਨ ਆਇਆ, ਲੈਣ ਆਇਆ, ਮੱਥਾ ਟੇਕਣਾ ਫਰਜ਼ ਹੈ, ਕਿਉਂਕਿ ਸਤਿਗੁਰ ਵੱਡੇ। ਮੱਥਾ ਟੇਕ ਕੇ ਕੋਲ ਬਹਿ ਕੇ ਕਹਿੰਦੇ ਮਹਾਰਾਜ ਸ਼ਾਇਦ ਆਪ ਜੀ ਨੂੰ ਪਤਾ ਹੋਵੇ, ਕਈ ਮਹੀਨਿਆਂ ਤੋਂ ਔਰੰਗਜ਼ੇਬ ਬਾਦਸ਼ਾਹ ਦੇ ਐਦੀਏ ਹਲਕਾਰੇ ਤੁਹਾਨੂੰ ਲੱਭਦੇ ਫਿਰਦੇ ਨੇ। ਦੇਸ਼ ਵਿਦੇਸ਼ਨ ਮੈਂ ਬਹੁ ਫਿਰੇ, ਨਹਿ ਪ੍ਰਾਪਤ ਭੇ ਨਹਿ ਕਿਤ ਥਿਰੇ। ਤੁਹਾਡਾ ਥੋ ਪਤਾ ਕਿਤੇ ਨਾ ਮਿਲਿਆ, ਦੇਸ਼ਾਂ ਪ੍ਰਦੇਸ਼ਾਂ ਵਿਦੇਸ਼ਾਂ ਤੱਕ ਖੱਤ ਗਏ ਬਾਦਸ਼ਾਹ ਦੇ, ਤੁਸੀਂ ਕਿਤੇ ਪ੍ਰਾਪਤ ਹੋਏ ਨਾ। ਸਭ ਜਹਾਨ ਕੋ ਮਾਲਿਕ ਆਜ, ਭਇਓ ਅਧਿਕ ਤੇ ਅਧਿਕ ਸਮਾਜ। ਕਹਿੰਦੇ ਵੇਖੋ ਜੀ ਔਰੰਗਜ਼ੇਬ ਬਾਦਸ਼ਾਹ ਸਾਰੇ ਜਹਾਨ ਦਾ ਮਾਲਕ ਹੈ, ਵੱਡੇ ਤੋਂ ਵੱਡਾ ਹੈ। ਉਹ ਰੱਬ ਹੋ ਕੇ ਵੀ ਸਤਿਗੁਰਾਂ ਨੇ ਨਾ ਕਿਹਾ ਵੀ ਵੱਡੇ ਤੇ ਅਸੀਂ ਆ, ਤੂੰ ਉਹਦੀ ਗੱਲ ਕਿਉਂ ਕਰਦਾ ਹੈ? ਵੇਖੋ ਇੱਥੇ ਕੋਈ ਸਾਡੇ ਆਪਣੇ ਦੀ ਤਾਰੀਫ ਕਰਦੇ, ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ। ਔਰੰਗਜ਼ੇਬ ਗੁਰੂ ਘਰ ਨਾਲ ਵੈਰ ਕਮਾਉਂਦਾ, ਸਤਿਗੁਰਾਂ ਦਾ ਤੇ ਦੁਸ਼ਮਣ ਕੋਈ ਨਹੀਂ ਨਾ, ਕੋ ਵੈਰ ਹੀ ਨਹੀਂ ਵਿਗਾਉਂਦਾ। ਉਹ ਗੁਰੂ ਸਾਹਿਬ ਦੇ ਸਾਹਮਣੇ ਕਹਿੰਦਾ ਮਹਾਰਾਜ ਦੁਨੀਆ ਦਾ ਮਾਲਕ, ਸ੍ਰਿਸ਼ਟੀ ਦਾ ਮਾਲਕ ਹੈ ਔਰੰਗਜ਼ੇਬ, ਉਹਦੇ ਹੁਕਮ ਬਿਨਾਂ ਪਤਾ ਨਹੀਂ ਝੁੱਲਦਾ, ਸਾਨੂੰ ਉਹਨੇ ਭੇਜਿਆ। ਮਹਾਰਾਜ ਕਹਿੰਦੇ ਭਾਈ ਜੇ ਤੁਹਾਨੂੰ ਜਹਾਨ ਦੇ ਮਾਲਕ ਨੇ ਭੇਜਿਆ ਤੇ ਅਸੀਂ ਵੀ ਜੀ ਆਇਆ ਕਹਿੰਦੇ, ਆਖੋ ਸਤਨਾਮ। ਬੈਠੋ, ਇੱਕ ਵੀ ਸ਼ਬਦ ਸਤਿਗੁਰਾਂ ਨੇ ਖਿਲਾਫਤ ਦਾ ਨਹੀਂ ਬੋਲਿਆ, ਠੰਡੇ ਸੁਭਾਅ ਵਿੱਚ ਬੈਠੇ ਨੇ। ਕਿਉ ਨਾ ਬਨਹੁ ਤਿਸ ਕੇ ਅਨੁਸਾਰੀ, ਸੁਤਰ ਜਾਏ ਸਭ ਬਾਤ ਤਿਹਾਰੀ। ਹੁਣ ਅਹਿਲਕਾਰ ਇੱਕੋ ਗੱਲ ਕਰਦਾ ਹੈ, ਕਹਿੰਦਾ ਮਹਾਰਾਜ ਜੇ ਤੁਸੀਂ ਔਰੰਗਜ਼ੇਬ ਦੀ ਗੱਲ ਮੰਨ ਲਓ, ਮੈਂ ਵਿੱਚ ਵਿਚਕਾਰ ਵਿਚੋਲਾ ਬਣਦਾ, ਤੁਹਾਡੇ ਸਾਰੇ ਕੰਮ ਰਾਸ ਆ ਜਾਣੇ। ਹੁਣ ਇਹ ਨਹੀਂ ਕਹਿ ਸਕਦੇ ਬੰਦਾ ਮਾੜਾ ਹੈ, ਉਹ ਤੇ ਆਪਣੀ ਡਿਊਟੀ ਕਰ ਰਿਹਾ ਹੈ। ਜੋ ਬਾਦਸ਼ਾਹ ਨੇ ਕਹਿ ਕੇ ਭੇਜਿਆ ਵੀ ਜੇ ਮਰਜ ਤੁਸੀਂ ਇਸਲਾਮ ਦੇ ਵਿੱਚ ਹੀ ਆ ਜਾਓ, ਸਾਰੀਆਂ ਲੜਾਈਆਂ ਖਤਮ। ਫਿਰ ਬਾਦਸ਼ਾਹ ਜਾਣੇ ਜਾਂ ਹਿੰਦੂ ਜਾਣਨ, ਆਪਾਂ ਕੀ ਲੈਣਾ ਏ। ਸੁਨ ਸਤਿਗੁਰ ਪ੍ਰਸੰਨ ਮੁਖ ਕਹਿਓ,
ਕੋ ਵਿਗਾਰ ਹਮਰੋ ਬਿਖ ਕਹਿਓ। ਸਤਿਗੁਰ ਜੀ ਹੱਸ ਕੇ ਬੋਲੇ। ਕਵੀ ਜੀ ਕਹਿੰਦੇ ਫੇਰ ਮਰਜ ਹੱਸ ਕੇ ਪ੍ਰਸੰਨ ਚਿਤ ਹੋ ਕੇ ਕਹਿਣ ਲੱਗੇ ਨੇ, ਕਹਿੰਦੇ ਇੱਕ ਗੱਲ ਦੱਸੋ, ਹਿੰਦੂਆਂ ਦੇ ਪਿੱਛੇ ਤੁਸੀਂ ਹੱਥ ਧੋ ਕੇ ਪਏ ਵੀ ਮਾਰ ਦੇਣੇ। ਮਰਦ ਕਹਿੰਦੇ ਅਸੀਂ ਸਿੱਖ ਹਾਂ, ਹਿੰਦੂਆਂ ਤੇ ਪੱਖੀ ਆ। ਕੀ ਹੋਇਆ ਜੇ ਅਸੀਂ ਹਾਂ ਦਾ ਨਾਰਾ ਮਾਰਿਆ, ਅਸੀਂ ਦੱਸੋ ਤੁਹਾਡਾ ਕੀ ਵਿਗਾੜਿਆ? ਆਖੋ ਸਤਿਨਾਮ, ਦੱਸੋ ਤੇ ਸਹੀ ਨਾ। ਤੁਸੀਂ ਸਾਡੇ ਨਾਲ ਜਿਹੜਾ ਵੇਖਦਾ ਹੋਈ ਕਹਿ ਜਾਂਦਾ ਇਸਲਾਮ ਚ ਆ ਜਾਓ ਜੀ, ਤੁਹਾਡੇ ਕੰਮ ਸੁਧਰ ਜਾਣਗੇ। ਮਰਦ ਕਹਿੰਦੇ ਸਾਡਾ ਕੰਮ ਵਿਗੜਿਆ ਕਿਹੜਾ ਹੈ, ਸਾਨੂੰ ਇਹ ਵੀ ਦੱਸ ਦਿਓ। ਇੱਕ ਖੁਦਾਏ ਕੋ ਸਕਲ ਜਹਾਨ ਸਿਰਜਹਿ ਭੁਖਹਿ ਹਰਿ ਨਿਦਾਨ। ਗੁਰੂ ਸਾਹਿਬ ਦੇ ਜਵਾਬ ਸੁਣੋ ਕਿੰਨੇ ਸੋਹਣੇ ਨੇ। ਮਰਦ ਕਹਿੰਦੇ ਸ੍ਰਿਸ਼ਟੀ ਦਾ ਮਾਲਕ ਇੱਕੋ ਹੀ ਹੈ, ਇੱਕੋ ਪਰਮਾਤਮਾ ਅਕਾਲ ਪੁਰਖ ਜਿਹਨੇ ਜਹਾਨ ਸਿਰਜਿਆ ਤੇ ਜਿਹਦੇ ਹੁਕਮ ਦੇ ਵਿੱਚ ਜਹਾਨ ਦੁਨੀਆ ਚੱਲਦੀ ਹੈ। ਮਾਲਕ ਕੌਣ ਆ ਜੀ? ਜਿਹੜਾ ਜਨਮ ਦਿੰਦਾ, ਜਿਹੜਾ ਮਾਰਦਾ ਹੈ। ਰਾਜੇ ਮਹਾਰਾਜੇ ਮਾਲਕ ਥੋੜਾ ਨੇ। ਇਹਨਾਂ ਨੂੰ ਆਪਣੀ ਮੌਤ ਦਾ ਨਹੀਂ ਪਤਾ ਕਦੋਂ ਕਿੱਥੇ ਕਿਹਨੇ ਝਟਕਾ ਦੇਣਾ ਹੈ, ਕਿੱਥੇ ਮਰ ਜਾਣਾ ਹੈ, ਮੁੱਕ ਜਾਣਾ ਹੈ। ਪਰ ਉਹ ਪਰਮਾਤਮਾ ਜਾਣਦਾ ਕਿਹਨੇ ਕਦੋਂ ਮਰਨਾ ਹੈ, ਕਿਹਨੇ ਕੀ ਕਰਨਾ ਹੈ। ਇਸ ਕਰਕੇ ਕੁੱਲ ਜਹਾਨ ਸ੍ਰਿਸ਼ਟੀ ਦਾ ਸਾਰੇ ਧਰਮਾਂ ਦਾ ਸਾਂਝਾ ਮਾਲਕ ਇੱਕੋ ਵਾਹਿਗੁਰੂ ਸੁਆਮੀ ਹੈ। ਰੰਗ ਰਾਵ ਸਭ ਜਗ ਮਹਿ ਰਹੀ ਦੰਡ ਹੈ ਸ਼ਾਹੋ ਕੋਟ ਕਿਸ ਲਹੀ। ਕਹਿੰਦੇ ਭਾਈ ਬੰਦੇ ਦੇ ਸੋਚਣ ਨਾਲ ਕੁਝ ਨਹੀਂ ਬਣਦਾ। ਜੇ ਸਾਡੇ ਵਾਸ ਹੋਵੇ ਨਾ, ਆਪਾਂ ਤੇ ਕਹੀਏ ਵੀ ਸਾਡੇ ਗਵਾਂਢ ਚ ਮੇਰੇ ਬਿਨਾ ਰਹੇ ਕੋਈ ਨਾ। ਆਖੋ ਸਤਿਨਾਮ, ਮੈਂ ਇਕੱਲਾ ਹੀ ਹੋਵਾਂ। ਬੰਦੇ ਦੀ ਸੋਚ ਆ, ਪਰ ਹੁੰਦਾ ਉਹੀ ਜੋ ਪਰਮਾਤਮਾ ਨੂੰ ਭਾਉਂਦਾ ਏ। ਮਰਦ ਕਹਿੰਦੇ ਉਹਦੀ ਸੋਚ ਵਿੱਚ, ਉਹਦੀ ਰਜ਼ਾ ਵਿੱਚ ਇੱਕ ਰੰਕ ਗਰੀਬ ਕੰਗਾਲ ਵੀ ਹੈ। ਉਹਦੀ ਰਜ਼ਾ ਦੇ ਵਿੱਚ ਇੱਕ ਬਾਦਸ਼ਾਹ ਵੀ ਸੌਂਦਾ ਉੱਠਦਾ ਏ। ਹਮ ਸੋ ਕਾਜ ਸ਼ਾਹੋ ਕੋ ਕਹਾ ਰਾਜ ਨਾ ਵਿਰਸੇ ਦਾਰ ਨਾ ਲਹਾ। ਭਾਈ ਹੁਕਮ ਤੇ ਉਸੇ ਦਾ ਹੁੰਦਾ ਹੈ ਜਿਹਨੇ ਖਾਣ ਨੂੰ ਦਿੱਤਾ ਹੋਵੇ, ਜਿਹਨੇ ਜਨਮ ਦਿੱਤਾ ਹੋਵੇ, ਜਿਹਨੇ ਖੋਣਾ ਹੋਵੇ ਸਭ ਕੁਝ। ਦੂਜਾ ਜਿਹੜਾ ਕਾਰੀ ਕਿਸੇ ਦੇ ਕਰਮਾਂ ਦਾ ਕੁਝ ਨਹੀਂ ਸਕਦਾ, ਮਾਲਕ ਕਾਹਦਾ ਹੈ? ਮਰਦ ਫੇਰ ਕਹਿੰਦੇ ਨੇ, ਕਹਿੰਦੇ ਆ ਭਾਈ ਇੱਕ ਗੱਲ ਹੋਰ ਦੱਸ ਦਿਓ। ਉਹ ਰੰਗ ਜੇਬ ਦੀ ਸਾਡੇ ਨਾਲ ਵਿਰਸੇਦਾਰੀ ਤੋਂ ਭਾਵ ਹਿੱਸੇਦਾਰੀ ਕੀ ਹੈ? ਨਾ ਅਸੀਂ ਉਹ ਤੋਂ ਰਾਜ ਲੈਣਾ, ਨਾ ਅਸੀਂ ਕਦੇ ਤਨਖਾਹ ਮੰਗੀ ਹੈ। ਅਸੀਂ ਫੱਕਰ ਸੁਭਾਅ ਦੇ ਆ, ਸਾਡੇ ਨਾਲ ਉਹਦਾ ਖਿਆਲ ਨਹੀਂ ਮਿਲ ਸਕਦਾ। ਇੱਕ ਫਕੀਰ ਹੋਵੇ, ਇੱਕ ਬਾਦਸ਼ਾਹ ਹੋਵੇ, ਕਦੇ ਦੋਨਾਂ ਦੇ ਸੁਭਾਅ ਮਿਲੇ? ਅੱਜ ਦੇ ਸਮੇਂ 'ਚ ਕੋਈ ਆਖੀ ਜਾਏ ਮੈਂ ਸਭ ਕੁਝ ਛੱਡਿਆ, ਮੈਂ ਫਕੀਰ ਆ, ਜਹਾਜ਼ਾਂ 'ਚ ਘੁੰਮ ਕੇ ਕੋਈ ਫਕੀਰ ਨਹੀਂ ਬਣਦਾ। ਆਖੋ ਸਤਿਨਾਮ। ਫਕੀਰ ਕੌਣ ਹੈ? ਉਹ ਜਿਹਨੂੰ ਦੁਨੀਆ ਦਾ ਫਿਕਰ ਹੈ ਕੋਈ ਨਹੀਂ। ਫਿਕਰ ਕਾਹਦਾ? ਖਾਣ ਪੀਣ ਦਾ, ਸੌਣ ਉੱਠਣ ਦਾ। ਉਹ ਤੇ ਆਨੰਦ 'ਚ ਹੀ ਰਹਿੰਦਾ ਹੈ। ਭੋਜਨ ਦੇਤਾ ਛਕ ਲਿਆ, ਨਹੀਂ ਦਿੱਤਾ ਕੋਈ ਗੱਲ ਨਹੀਂ। ਇਹ ਹੁੰਦਾ ਮਹਾਂਪੁਰਖਾਂ ਦਾ ਜੀਵਨ, ਇਹਨਾਂ ਨੂੰ ਸਾਧੂ ਕਿਹਾ ਜਾਂਦਾ ਹੈ। ਸਤਿਗੁਰ ਕਹਿੰਦੇ ਫਕੀਰਾਂ ਦੀ ਬਾਦਸ਼ਾਹਾਂ ਦੇ ਨਾਲ ਕਦੇ ਨਹੀਂ ਬਣਦੀ। ਉਹ ਫਕੀਰ ਨਹੀਂ ਹੁੰਦਾ ਜੋ ਸਰਕਾਰਾਂ ਪਿੱਛੇ ਫਿਰਦਾ ਹੋਵੇ। ਆਖੋ ਸਤਿਨਾਮ। ਫਕੀਰਾਂ ਪਿੱਛੇ ਸਰਕਾਰਾਂ ਫਿਰਦੀਆਂ ਵੇਖੀਆਂ, ਜਿਹੜੇ ਸਾਧੂ ਹੁੰਦੇ। ਮਰਦ ਕਹਿੰਦੇ ਭਾਈ ਅਸੀਂ ਤੇ ਕਦੇ ਨਹੀਂ ਔਰੰਗਜ਼ੇਬ ਨੂੰ ਬੁਲਾਇਆ। ਉਹਨੇ ਸਾਨੂੰ ਕਿੰਨੀ ਵਾਰ ਸੱਦੇ ਭੇਜੇ, ਹਰ ਵਾਰ ਇੱਕੋ ਹੀ ਜਵਾਬ ਸੀ, ਫਕੀਰਾਂ ਤੋਂ ਬਾਦਸ਼ਾਹਾਂ ਨੇ ਦੱਸੋ ਲੈਣਾ ਕੀ ਹੈ? ਦਰਵੇਸ਼ਨ ਕੀ ਰੀਤ ਹਮਾਰੀ ਜਾਂ ਤੇ ਹਮ ਸ਼ੰਕਾ ਨਹਿ ਧਾਰੀ। ਅਸੀਂ ਤੇ ਸ਼ੰਕਾ ਹੀ ਨਹੀਂ ਕਰਦੇ, ਨਾਲੇ ਹੋਣਾ ਤੇ ਉਹੀ ਜੋ ਪਰਮਾਤਮਾ ਨੂੰ ਭਾਉਂਦਾ। ਤੇਰਾ ਰਾਜਾ ਕਹਿੰਦਾ ਮੈਂ ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾ ਦੇਣਾ। ਮਰਦ ਕਹਿੰਦੇ ਕੀ ਪਤਾ ਪਰਮਾਤਮਾ ਨੂੰ ਇਹ ਤੋਂ ਅਲੱਗ ਕੁਝ ਹੋਰ ਹੀ ਭਾਉਂਦਾ ਹੋਵੇ। ਉਹ ਇਸ਼ਾਰਾ ਕਿੱਧਰ ਕਰ ਰਹੇ ਨੇ? ਪੰਥ ਖਾਲਸੇ ਵੱਲ। ਆਖੋ ਸਤਿਨਾਮ। ਔਰੰਗਜ਼ੇਬ ਕਹਿੰਦਾ ਮੈਂ 2 ਤੋਂ 1 ਬਣਾਉਣਾ ਹੈ। ਮੇਰੇ ਸਤਿਗੁਰੂ ਇਸ਼ਾਰਾ ਕਰ ਰਹੇ ਨੇ 2 ਤੋਂ 1 ਤਾਂ ਨਹੀਂ ਹੋ ਸਕਦਾ, ਰੱਬ ਨੇ 2 ਤੋਂ 3 ਬਣਾਉਣੇ। ਆਖੋ ਸਤਿਨਾਮ। 3 ਬਣਾਉਣੇ ਹਿੰਦੁਸਤਾਨ। ਇੱਕ ਹਿੰਦੂ, ਦੂਜੇ ਮੁਸਲਮਾਨ, ਤੀਜੀ ਸਿੱਖ ਕੌਮ। ਉਂਗਲਾਂ ਤੇ ਨਹੀਂ ਗਿਣਨ ਵਾਲੀ ਸਿੱਖ ਕੌਮ। ਉਹ ਛੋਟੇ ਮੋਟੇ ਧਰਮ ਹੋ ਸਕਦੇ, ਲੋਕਲ ਧਰਮ ਜਿਹਨਾਂ ਨੂੰ ਗਿਣਿਆ ਜਾਵੇ। ਸਾਡੇ ਰਹਿਬਰ ਸਤਿਗੁਰ ਕੱਲੇ ਸਿੱਖਾਂ ਦੇ ਨਹੀਂ, ਕੱਲੇ ਪੰਜਾਬ ਦੇ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਿਧਾਂਤ ਯੂਨੀਵਰਸਲ ਹੈ, ਹਰ ਧਰਮ ਦੇ ਬੰਦੇ ਵਾਸਤੇ, ਹਰ ਸ੍ਰਿਸ਼ਟੀ ਦੇ, ਹਰ ਮਜ਼ਹਬ ਦੇ ਲਈ, ਹਰ ਜੀਵ ਜੰਤੂ ਦੇ ਲਈ। ਵਰਲਡ ਦਾ ਕੋਈ ਸਵਾਲ ਕਿਸੇ ਭਾਸ਼ਾ ਦਾ ਗੁਰੂ ਅੱਗੇ ਕਰ ਦੋ, ਮਰਜ਼ ਜਵਾਬ ਦੇ ਰਹੇ। ਤੇ ਇਹੀ ਕਾਰਨ ਹੈ, ਜੇ ਕੱਲੇ ਸਤਿਗੁਰ ਸਾਡੇ ਸਿੱਖਾਂ ਦੇ ਹੁੰਦੇ, ਪੰਜਾਬ ਦੇ ਹੁੰਦੇ, ਅਮਰੀਕਾ, ਕੈਨੇਡਾ, ਪਾਕਿਸਤਾਨ, ਇੱਧਰ ਕਦੇ ਪ੍ਰਕਾਸ਼ ਨਾ ਹੁੰਦਾ। ਕੋਈ ਉੱਥੇ ਤੱਕ ਤੇ ਸਿੱਖ ਵੀ ਨਹੀਂ ਗਿਆ ਜਿੱਥੇ ਤੱਕ ਮੇਰੇ ਸਤਿਗੁਰਾਂ ਨੇ ਚਰਨ ਪਾਏ ਹੋਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ
ਸਿੱਖੀ ਦਾ ਸਿਧਾਂਤ ਕੱਲਾ ਪੰਜਾਬ ਦੀ ਧਰਤੀ ਦਾ ਨਹੀਂ। ਹਾਂ ਇਹ ਗੱਲ ਹੈ ਵੀ ਇਸ ਲਹਿੰਦੇ ਚੜ੍ਹਦੇ ਪੰਜਾਬ ਤੋਂ ਸਤਿਗੁਰਾਂ ਨੇ ਸਿੱਖ ਧਰਮ ਨੂੰ ਪ੍ਰਮੋਟ ਕੀਤਾ ਹੈ, ਇੱਥੋਂ ਚੱਕਿਆ ਹੈ। ਚਿੱਟਾ ਗੁਰੂ ਨਾਨਕ ਸਾਹਿਬ ਨੇ ਇੱਥੋਂ ਦਿੱਤਾ ਹੈ, ਸ਼ੁਰੂਆਤ ਇੱਥੋਂ ਹੋਈ ਹੈ। ਇਹ ਧਰਮ ਕੁੱਲ ਜਹਾਨ ਦਾ ਸਾਂਝਾ ਹੈ। ਇਸ ਧਰਮ ਦੇ ਵਿੱਚੋਂ ਬੜੇ ਧਰਮ ਨਿਕਲ ਸਕਦੇ ਨੇ ਤੇ ਬੜੇ ਧਰਮ ਸਮਾ ਸਕਦੇ ਨੇ, ਕਿਉਂਕਿ ਸਿੱਖ ਧਰਮ ਇਨਸਾਨੀਅਤ ਦਾ ਧਰਮ ਹੈ। ਇਹ ਨਹੀਂ ਹੁੰਦਾ ਵੀ ਮਾਇਆ ਸੰਭਾਲੀ ਅਸੀਂ ਸਿੱਖਾਂ, ਅਸੀਂ ਕਿਸੇ ਤੋਂ ਕੀ ਲੈਣਾ, ਕਿਸੇ ਗਰੀਬ ਤੇ ਆਫਤ ਭੀੜੇ ਆ ਜੇ ਇੱਕ ਸਿੱਖ ਆ ਜੁਗੀ ਜਿਹਦਾ ਦਿਲ ਸਭ ਤੋਂ ਪਹਿਲਾਂ ਪਿਘਲਦਾ ਹੈ, ਜਿਹੜਾ ਇਨਸਾਨੀਅਤ ਦੇ ਤੌਰ ਤੇ ਦੁਖੀਆਂ ਤੇ ਗਰੀਬਾਂ ਦੀ ਸੇਵਾ ਕਰਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭਾਈ ਕਿਸੇ ਇੱਕ ਰਾਜੇ ਦੇ ਜ਼ੁਲਮ ਕਮਾਇਆ ਤੋਂ ਧਰਮ ਨਾਸ਼ ਨਹੀਂ ਹੁੰਦੇ। ਹੁਣ ਉਮਰਾਵ ਕਹਿਤ ਹਮ ਆਏ ਚੱਲ ਹੋ ਸਮੇਪੇ ਸ਼ਾਹੋ ਬੁਲਾਏ। ਜਦੋਂ ਉਸ ਅਹਿਲਕਾਰ ਨੇ ਵੇਖਿਆ ਵੀ ਸਤਿਗੁਰਾਂ ਦਾ ਗਿਆਨ ਬੜਾ ਡੂੰਘਾ ਤੇ ਸਾਡੀ ਤੇ ਸੋਚ ਵੀ ਨਹੀਂ ਜਾਂਦੀ, ਕਹਿੰਦਾ ਮਹਾਰਾਜ ਮੈਂ ਇੱਕ ਬੇਨਤੀ ਕਰਦਾ, ਕਿਰਪਾ ਕਰਕੇ ਆਪ ਸਾਡੇ ਨਾਲ ਦਿੱਲੀ ਚੱਲੋ, ਅਸੀਂ ਤੁਹਾਡੇ ਨਾਲ ਸਵਾਲ ਜਵਾਬ ਨਹੀਂ ਕਰ ਸਕਦੇ। ਬਾਦਸ਼ਾਹ ਜਾਂ ਬਾਦਸ਼ਾਹ ਦੇ ਵਿਦਵਾਨ ਤੁਹਾਡੇ ਨਾਲ ਗੱਲ ਕਰਨਗੇ। ਸਤਿਗੁਰੂ ਉਸੇ ਵੇਲੇ ਉੱਠ ਪਏ, ਕਹਿੰਦੇ ਚਲੋ ਸਿੱਖੋ, ਚੜੋ ਘੋੜਿਆਂ ਤੇ ਸਵਾਰ ਹੋ ਜੋ, ਅਸੀਂ ਕਿਸੇ ਦੀ ਪਾਲਕੀ ਨਹੀਂ ਜਾਣਾ, ਬੇਪਰਵਾਹ ਹੋ ਕੇ ਜਾਣਾ। ਹੁਣ 12,000 ਫੌਜ 3-3,000 ਨੇ ਘੇਰਾ ਆਸੋ ਪਾਸੋਂ ਪਾਉਣਾ, ਸਤਿਗੁਰਾਂ ਨੂੰ ਲੈ ਕੇ ਦਿੱਲੀ ਚੱਲੇ ਨੇ। ਹੁਣ ਇਹਨਾਂ ਪ੍ਰਸੰਗਾਂ ਦੇ ਹਾਲਾਤ ਬਦਲਦੇ ਜਾਣਗੇ, ਸਮਾਂ ਵੀ ਸਮਾਪਤ ਹੋ ਗਿਆ ਹੈ। ਜਿਵੇਂ ਜਿਵੇਂ ਹੁਣ ਮੇਰੇ ਸਤਿਗੁਰਾਂ ਦੇ ਨਾਲ ਸਮੇਂ ਦੀ ਹਕੂਮਤ ਸ਼ਰ੍ਹਾ ਦੇ ਕਾਜੀ ਬੁੱਲੇ ਅੰਨੇ ਹੋਏ, ਟੱਕਰਾਂ ਲੈਣਗੇ, ਸਵਾਲ ਜਵਾਬ ਕਰਨਗੇ, ਕਿੱਦਾਂ ਮਰਜ਼ ਨੂੰ ਸਜ਼ਾਵਾਂ ਦੇਣਗੇ। ਜੋ ਕੁਝ ਵੀ ਹੋਏਗਾ ਆਉਣ ਵਾਲੇ ਦਿਨਾਂ 'ਚ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।